दोहरा करियो थे कल मोट को दई सजाए विशाल तिस दिन ते संगत सदा सुखी रही सब काल। वाहेगुरु जी का खालसा वाहेगुरु जी की फतेह। तेग बहादुर सिमरिया घर नाउ निध आवे धाए सब थाई होए सहाय। ऐसे दीन दयाल पातशाह परम कृपालु परोपकारी सतगुरु प्यार वराग अनुराग दी मूरत तेग दे धनी धन धन श्री गुरु तेग बहादुर साहिब जी सतगुरां जी दे पावन पवित्र अस्थान गुरुद्वारा श्री दुख निवारण साहिब विखे चवर शतर तखत दे मालक वालिए कुल आलम हस्ती है मुकद्दस आवाज ए शब्द गुरता गद्दी ते विराजमान धन धन श्री गुरु ग्रंथ साहिब पातशाह जी दी पावन पवित्र हजूरी अंदर पिछले पहर दे सजे हुए सुंदर सचखंड दीवाना दे विच हाजरियां भर रहे सतगुरां जी दे परम प्यार विच परोती होई गुरु रस विच भिजी होई गुरु सवारी गुरु खालसा साध संगत जीओ उत्तम भाग हन धनता दे योग हो जो आप जी निता प्रत गुरचरणा दे विच जुड़ करके अमृत बाणी हर हर तेरी सुन सुन होवै परम गत मेरी जल न बुझी शीतल होए मनुआ सतगुर का दर्शन पाए जियो। मनुख जन्म का लाह प्राप्त कर दिओ गुरबाणी दे शब्द कीर्तन सरवण करके गुर इतिहास दियां विचारां नूं सरवण करके बहुत ही प्रेम विच भिज करके गुरु के कीर्तनीय रबी बाणी दे शब्द कीर्तन गायन कर रहे सन। आप समुचिया संगतां देवतियां वत समाधियां ला के बहुत ही प्रेम विच भिज करके रबी बाणी दे शब्द कीर्तन सरवण कर रहे सी। उपरंत समा बनया है चल रही लड़ीवार गुर इतिहास दी विचार दा। कल दे प्रकरण अंदर आप जियां ने सरवण कीता सी सतगुरु धन साहिब श्री गुरु गोबिंद सिंह साहब पातशाह जी
ਜਿੱਥੇ ਅੱਜਕੱਲ ਪਾਵਨ ਅਸਥਾਨ ਗੁਰਦੁਆਰਾ ਬਿਪਾਹਰ ਸਾਹਿਬ ਦੇ ਆਪ ਸੰਗਤਾਂ ਦਰਸ਼ਨ ਕਰਦੇ ਹੋ, ਇੱਥੇ ਨਿਵਾਸ ਕੀਤਾ ਹੋਇਆ ਹੈ। ਇੱਥੇ ਰਹਿ ਕੇ ਗੁਰੂ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ, ਜੋ ਆਪ ਜੀ ਨਿਤਨੇਮ ਦੇ ਵਿੱਚ ਚੌਪਈ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਜਾਪ ਕਰਦੇ ਹੋ। ਸਿੱਖ ਸੰਗਤਾਂ ਦੂਰ ਦਰਾਜ ਦੇ ਇਲਾਕਿਆਂ ਤੋਂ ਚੱਲ ਕਰਕੇ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀਆਂ। ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਸਿੱਖ ਸੰਗਤਾਂ ਲੈ ਕੇ ਆਉਂਦੀਆਂ। ਜਦੋਂ ਸਿੱਖ ਸੰਗਤਾਂ ਇੱਕ ਦਿਨ ਕਿਸੇ ਇਲਾਕੇ ਤੋਂ ਚੱਲ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਪਹੁੰਚਦੀਆਂ ਨੇ, ਬਿਪਾਹਰ ਸਾਹਿਬ ਲਈ ਜਾ ਰਹੀਆਂ ਨੇ, ਬਹੁਤ ਕੀਮਤੀ ਭੇਟਾਵਾਂ ਸਨ ਕੋਲ। ਰਸਤੇ ਵਿੱਚ ਨਗਰ ਆਉਂਦਾ ਕਲਮੋਟ। ਕਲਮੋਟ ਨਗਰ ਦੇ ਜਿਹੜੇ ਲੋਕ ਸਨ, ਰੰਗੜ ਆਦਿਕ ਇੱਥੇ ਰਹਿਣ ਵਾਲੇ, ਉਹਨਾਂ ਨੇ ਸਿੱਖ ਸੰਗਤਾਂ ਦੇ ਕੋਲੋਂ ਜਬਰਨ ਜਿਹੜੀਆਂ ਭੇਟਾਵਾਂ ਨੇ ਉਹ ਖੋਹ ਲਈਆਂ। ਸਿੱਖ ਸੰਗਤਾਂ ਦਾ ਨੁਕਸਾਨ ਵੀ ਕੀਤਾ। ਹੱਥੋਂ ਪਾਈ ਦੇ ਵਿੱਚ ਕਈ ਸਿੰਘ ਜ਼ਖਮੀ ਵੀ ਹੋਏ। ਭੇਟਾਵਾਂ ਜਦੋਂ ਖੋਹ ਲੀਆਂ, ਭਰੇ ਮਨ ਲੈ ਕਰਕੇ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਬਿਪਾਹਰ ਸਾਹਿਬ ਵਾਲੇ ਸਥਾਨ ਤੇ ਪਹੁੰਚੀਆਂ। ਦਰਸ਼ਨ ਦੀਦਾਰ ਕੀਤੇ। ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਭਰੇ ਮਨ ਦੇ ਨਾਲ ਵੈਰਾਗ ਲੈ ਕਰਕੇ ਕਿ ਗੁਰੂ ਪਾਤਸ਼ਾਹ ਸੀ ਆਪ ਜੀ ਦੇ ਲਈ ਭੇਟਾਵਾਂ ਲੈ ਕੇ ਆਏ ਸੀ। ਕਲਮੋਟ ਨਗਰ ਦੇ ਲੋਕਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ, ਭੇਟਾਵਾਂ ਖੋਹ ਲੀਆਂ, ਸਰੀਰਕ ਦੁੱਖ ਵੀ ਪਹੁੰਚਾਉਣਾ ਕੀਤਾ। ਭਾਈ ਆਲਮ ਸਿੰਘ ਜੀ ਗੁਰੂ ਕੇ ਸਿੰਘ ਕਹਿਣ ਲੱਗੇ, ਕਿਉਂਕਿ ਸਿੰਘ ਜਿਹੜੇ ਸਨ ਬਹੁਤ ਸਮਾਂ ਹੋ ਗਿਆ ਸੀ ਇੱਥੇ ਰਹਿੰਦਿਆਂ, ਹੁਣ ਜੰਗ ਯੁੱਧ ਨਹੀਂ ਸੀ ਕੀਤਾ, ਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਵੀ ਕਰਦੇ ਸਨ ਕਿ ਪਾਤਸ਼ਾਹ ਕਈ ਦਿਨ ਹੋ ਗਏ, ਹੁਣ ਜੰਗ ਯੁੱਧ ਨਹੀਂ ਹੋਇਆ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ, ਆਉਣ ਵਾਲੇ ਸਮੇਂ ਵਿੱਚ ਤੁਸੀਂ ਬਹੁਤ ਯੁੱਧ ਕਰਨੇ ਨੇ। ਖਾਲਸੇ ਦਾ ਵੀਰ ਰਸ ਵੇਖ ਕੇ ਸਤਿਗੁਰੂ ਪਾਤਸ਼ਾਹ ਜੀ ਬੜੇ ਪ੍ਰਸੰਨ ਹੁੰਦੇ। ਕਹਿਣ ਲੱਗੇ ਕਿ ਕਲਮੋਟ ਨਗਰ ਦੇ ਜਿਹੜੇ ਲੋਕ ਨੇ, ਪਾਤਸ਼ਾਹ ਜੀ ਉਹ ਹੁਕਮ ਦਿਓ, ਆਗਿਆ ਦਿਓ, ਇਹਨਾਂ ਨੂੰ ਹੁਣੇ ਖਤਮ ਕਰ ਦਈਏ। ਜਿਨ੍ਹਾਂ ਨੇ ਸਿੱਖ ਸੰਗਤਾਂ ਦੇ ਕੋਲੋਂ ਭੇਟਾਵਾਂ ਖੋਹੀਆਂ, ਸਰੀਰਕ ਦੁੱਖ ਦੇਣਾ ਕੀਤਾ, ਕਈ ਸਿੱਖ ਸੰਗਤਾਂ ਨੂੰ ਜ਼ਖਮੀ ਵੀ ਕੀਤਾ। ਗੁਰੂ ਪਾਤਸ਼ਾਹ ਜੀ ਨੇ ਕਿਹਾ, ਸਵੇਰ ਹੋਵੇਗੀ, ਇਸ ਨਗਰ ਤੇ ਹਮਲਾ ਬੋਲਣਾ ਹੈ, ਤਿਆਰੀ ਕੀਤੀ ਜਾਵੇ। ਤਿਆਰੀ ਕੀਤੀ ਗਈ। ਸਵੇਰ ਹੋਈ, ਰਣਜੀਤ ਨਗਾਰੇ ਤੇ ਚੋਭਾਂ ਲਾਈਆਂ ਗਈਆਂ। ਉੱਚੀ ਧੁਨਕਾਰ ਜਿਹੜੀ ਹੈ ਉਹ ਪਹਾੜਾਂ ਦੇ ਵਿੱਚ ਗੂੰਜੀ ਹੈ, ਤੇ ਸ਼ਾਸਤਰ ਸੰਭਾਲ ਕਰਕੇ ਤਿਆਰੀ ਕਰਕੇ ਆ ਕੇ ਕਲਮੋਟ ਨਗਰ ਨੂੰ ਘੇਰ ਲਿਆ। ਜਦੋਂ ਗੁਰੂ ਕੇ ਖਾਲਸੇ ਨੇ ਕਲਮੋਟ ਨਗਰ ਨੂੰ ਘੇਰਿਆ ਤੇ ਇੱਥੋਂ ਦੇ ਵਸਣ ਵਾਲੇ ਜਿਹੜੇ ਲੋਕ ਸਨ, ਰੰਗੜ ਆਦਿਕ, ਉਹ ਵੀ ਅੱਗੋਂ ਮੁਕਾਬਲਾ ਕਰਨ ਵਾਸਤੇ ਚੱਲ ਕੇ ਆਏ। ਸਾਰਾ ਦਿਨ ਜੰਗ ਹੋਇਆ। ਐਸੀ ਮਾਰ ਮਾਰੀ ਕਿ ਜਿਹੜੇ ਇਸ ਨਗਰ ਦੇ ਲੋਕ ਸਨ, ਬਹੁਤ ਸਾਰੇ ਮੌਤ ਦੇ ਘਾਟ ਉਤਾਰ ਦਿੱਤੇ। ਕਈ ਜ਼ਖਮੀ ਹੋਏ, ਮੈਦਾਨੇ ਜੰਗ ਵਿੱਚ ਤੜਫਣ ਲੱਗੇ, ਕਈ ਡਰਦੇ ਘਰਾਂ ਵਿੱਚ ਵੜ ਗਏ। ਤੇ ਜਦੋਂ ਘਰਾਂ ਵਿੱਚ ਵੜੇ ਤੇ ਗੁਰੂ ਕੇ ਸਿੰਘ ਖਾਲਸਾ ਗੁਰੂ ਪਾਤਸ਼ਾਹ ਕੋਲੋਂ ਆਗਿਆ ਮੰਗਣ ਲੱਗਾ, ਪਾਤਸ਼ਾਹ ਆਗਿਆ ਦੇਵੋ, ਇਹਨਾਂ ਨੂੰ ਘਰ ਦੇ ਅੰਦਰ ਵਾੜ ਕੇ ਖਤਮ ਕਰ ਦਈਏ। ਇਸ ਕਿਲੇ ਦੇ ਅੰਦਰ ਪ੍ਰਵੇਸ਼ ਕਰਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰਾਂਗੇ। ਉਧਰੋਂ ਰਾਤਰੀ ਦਾ ਸਮਾਂ ਹੋ ਚੁੱਕਾ ਸੀ। ਪਾਤਸ਼ਾਹ ਜੀ ਕਹਿਣ ਲੱਗੇ ਕਿ ਭਾਈ ਦਇਆ ਸਿੰਘ ਜੀ, ਰਾਤ ਦਾ ਸਮਾਂ ਹੋ ਚੁੱਕਾ ਹੈ, ਆਰਾਮ ਕਰੋ, ਸਵੇਰ ਹੋਵੇਗੀ ਫਿਰ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ। ਕਹਿਣ ਲੱਗੇ, ਪਾਤਸ਼ਾਹ ਰਾਤ ਦੇ ਸਮੇਂ ਹਨੇਰੇ ਵਿੱਚ ਨਸ ਜਾਣਗੇ। ਤੇ ਪਾਤਸ਼ਾਹ ਜੀ ਨੇ ਕਿਹਾ, ਨਗਰ ਦੀ ਘੇਰਾਬੰਦੀ ਕੀਤੀ ਜਾਵੇ। ਗੁਰੂ ਪਾਤਸ਼ਾਹ ਜੀ ਨੇ ਇੱਥੇ ਹੀ ਆਪਣਾ ਡੇਰਾ ਕੀਤਾ, ਆਰਾਮ ਕੀਤਾ। ਸਿੰਘਾਂ ਨੇ ਘੇਰਾਬੰਦੀ ਕਰ ਲਈ, ਨਗਰ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਕਿਸੇ ਨੂੰ ਵੀ। ਤੇ ਹੁਣ ਬਾਹਰ ਜਦੋਂ ਸਵੇਰ ਹੋਈ, ਕਿਲੇ ਦੇ ਅੰਦਰ ਪ੍ਰਵੇਸ਼ ਕਰਕੇ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਕਰਦੇ ਸਨ,
ਜਿਹੜੇ ਸਿੱਖ ਸੰਗਤਾਂ ਨੂੰ ਸਜ਼ਾਵਾਂ ਦਿੰਦੇ ਸਨ, ਦੁੱਖ ਦਿੰਦੇ ਸਨ, ਉਹਨਾਂ ਨੂੰ ਘਰਾਂ ਦੇ ਅੰਦਰ, ਕਿਲੇ ਦੇ ਅੰਦਰ ਪ੍ਰਵੇਸ਼ ਕਰਕੇ ਸਿੰਘਾਂ ਨੇ ਜਿਹੜਾ ਸੋਧਾ ਲਾਉਣਾ ਕੀਤਾ। ਤੇ ਕਈਆਂ ਨੇ ਹੱਥ ਜੋੜ ਕੇ ਆਪਣੀ ਜਾਨ ਦੀ ਜਿਹੜੀ ਉਹ ਖੈਰਤ ਮੰਗੀ, ਕੀਤੇ ਹੋਏ ਦੀ ਮੁਆਫੀ ਮੰਗ ਕੇ ਕਿਹਾ ਕਿ ਸਾਡੇ ਗੁਨਾਹ ਬਖਸ਼ ਦੇਵੋ, ਸਾਡੀ ਜਾਨ ਬਖਸ਼ ਦਿੱਤੀ ਜਾਵੇ। ਜਿਨ੍ਹਾਂ ਨੇ ਮੁਆਫੀ ਮੰਗ ਲਈ, ਚਰਨਾਂ ਤੇ ਢਾਪੇ ਪਾਤਸ਼ਾਹ ਕੋਲੋਂ ਮੁਆਫੀਆਂ ਮੰਗਣ ਲੱਗੇ, ਮੁਆਫ ਕਰ ਦਿੱਤੇ। ਇਸ ਪ੍ਰਕਾਰ ਦੇ ਨਾਲ ਜਿਹੜਾ ਕਲਮੋਟ ਨਗਰ ਨੂੰ ਕਿੱਥੇ ਬਣਾ ਦਿੱਤਾ, ਉਜਾੜ ਦਿੱਤਾ, ਤਾਂ ਕਿ ਹੋਰ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਗੁਰੂ ਕੀਆਂ ਸੰਗਤਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਰਾ ਕਰਨ ਦੇ ਨਾਲ ਇਹ ਸਜ਼ਾਵਾਂ ਮਿਲਦੀਆਂ ਨੇ। ਹੁਣ ਉਧਰੋਂ ਰਾਜਾ ਭੀਮ ਚੰਦ ਉਹ ਬੜਾ ਦੁਖੀ ਹੋਇਆ, ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਦੇ ਨਾਲ ਦੁਸ਼ਮਣੀ ਵੀ ਜਿਹੜੀ ਹੈ ਉਹ ਵਿੱਢ ਲਈ, ਦੁਸ਼ਮਣੀ ਵਾਲਾ ਵਤੀਰਾ ਕੀਤਾ। ਉਧਰੋਂ ਜਿਹੜਾ ਸੀ ਮੁਗਲਾਂ ਨੂੰ ਵੀ ਬੜਾ ਧਨ ਦੇਣਾ ਪਿਆ, ਸਾਡਾ ਤਾਂ ਬਹੁਤ ਨੁਕਸਾਨ ਹੋਇਆ, ਕਿਉਂਕਿ ਜੰਗ ਦਾ ਜਿੰਨਾ ਸਾਜੋ ਸਮਾਨ ਹੈ, ਸ਼ਸਤਰ ਆਦਿਕ, ਗੋਲੀ ਸਿੱਕਾ ਬਾਰੂਦ ਤੇ ਬਹੁਤ ਧਨ ਖਰਚ ਹੋਇਆ, ਪਰ ਫਤਿਹ ਫਿਰ ਨਹੀਂ ਮਿਲੀ। ਤੇ ਤੁਰਕਾਂ ਨੂੰ ਵੀ ਬਹੁਤ ਧਨ ਦੇਣਾ ਪਿਆ, ਸਾਡਾ ਬਹੁਤ ਨੁਕਸਾਨ ਹੋਇਆ। ਇਸ ਗੱਲ ਨੂੰ ਲੈ ਕਰਕੇ ਮਨ ਦੇ ਅੰਦਰ ਝੂਰਦਾ ਹੈ। ਤੋ ਇਧਰੋਂ ਫਤਿਹ ਪ੍ਰਾਪਤ ਕੀਤੀ ਹੈ ਤੇ ਗੁਰੂ ਕੇ ਸਿੰਘ ਕਹਿਣ ਲੱਗੇ, ਪਾਤਸ਼ਾਹ ਜੀ ਜਦੋਂ ਆਨੰਦਪੁਰ ਸਾਹਿਬ ਤੋਂ ਆਏ ਸੀ, ਆਨੰਦਪੁਰ ਸਾਹਿਬ ਨੂੰ ਛੱਡ ਕਰਕੇ ਤੇ ਆਪ ਜੀ ਨੂੰ ਸਿੱਖ ਸੰਗਤਾਂ ਨੇ ਪੁੱਛਿਆ ਸੀ ਕਿ ਵਾਪਸ ਕਦੋਂ ਆਵਾਂਗੇ ਆਨੰਦਪੁਰ ਸਾਹਿਬ, ਤਾਂ ਆਪ ਜੀ ਨੇ ਬਚਨ ਕੀਤਾ ਸੀ, ਆਨੰਦਪੁਰ ਸਾਹਿਬ ਸਾਡਾ ਘਰ ਹੈ, ਅਸੀਂ ਜਲਦੀ ਹੀ ਇੱਥੇ ਵਾਪਸ ਆਵਾਂਗੇ, ਤੇ ਕਿਰਪਾ ਕਰੋ ਹੁਣ ਇੱਥੋਂ ਹੀ ਆਨੰਦਪੁਰ ਸਾਹਿਬ ਨੂੰ ਵਾਪਸ ਚਲਿਆ ਜਾਵੇ। ਕਿਵੇਂ ਸਿੱਖ ਸੰਗਤਾਂ ਦੀ ਬੇਨਤੀ ਮੰਨ ਕਰਕੇ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਨੂੰ ਵਾਪਸ ਆਉਂਦੇ ਨੇ। ਆਓ ਇੱਥੋਂ ਅਗਲੇਰੇ ਪ੍ਰਕਰਣ ਦੇ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰਿਓ ਥੇ ਕਲ ਮੋਟ ਕੋ, ਦਈ ਸਜਾਏ ਵਿਸਾਲ। ਕਲਮੋਟ ਨਗਰ ਦੇ ਵਿੱਚ ਗੁਰੂ ਘਰ ਦੇ ਨਾਲ ਈਰਖਾ ਕਰਨ ਵਾਲੇ ਇੱਥੋਂ ਦੇ ਦੁਖੀਆਂ ਨੂੰ ਸਜ਼ਾਵਾਂ ਦਿੱਤੀਆਂ, ਨਗਰ ਨੂੰ ਥੇ ਬਣਾਇਆ, ਉਜਾੜ ਦਿੱਤਾ। ਅਨੇਕ ਪ੍ਰਕਾਰ ਦੇ ਨਾਲ ਇਹਨਾਂ ਨੂੰ ਦੰਡ ਦੇਣਾ ਕੀਤਾ, ਬਹੁਤ ਭਾਰੀ ਸਜ਼ਾ। ਇੱਥੋਂ ਦੇ ਜਿਹੜੇ ਲੋਕ ਸਨ, ਜਿਹੜੇ ਆਈਆਂ ਸਿੱਖ ਸੰਗਤਾਂ ਦੇ ਨਾਲ ਉਹਨਾਂ ਤੇ ਹਮਲਾ ਕਰਦੇ, ਲੁੱਟ ਲੈਂਦੇ, ਉਹਨਾਂ ਨੂੰ ਜਿਹੜੀਆਂ ਨੇ ਭਾਰੀ ਸਜ਼ਾਵਾਂ ਦੇ ਕਰਕੇ ਖਾਲਸੇ ਨੇ ਸੁਧ ਨਾ ਕੀਤਾ। ਤਿਸ ਦਿਨ ਤੇ ਸੰਗਤ ਸਦਾ, ਸੁਖੀ ਰਹੀ ਸਭ ਕਾਲ। ਜਦੋਂ ਤੋਂ ਕਲਮੋਟ ਨਗਰ ਦੇ ਇਹਨਾਂ ਲੋਕਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਸੋਧਿਆ ਗਿਆ, ਹੁਣ ਉਸ ਦਿਨ ਤੋਂ ਆਲੇ ਦੁਆਲੇ ਦੇ ਵਿੱਚ ਸਾਰੇ ਜਿਹੜੇ ਸਨ ਉਹਨਾਂ ਨੇ ਇੱਥੋਂ ਸਿੱਖਿਆ ਲੈ ਲਈ ਕਿ ਜੇ ਗੁਰੂ ਕੇ ਕਿਸੇ ਵੀ ਸਿੱਖ ਦੇ ਨਾਲ ਅਸੀਂ ਕੋਈ ਦੁਸ਼ਮਣੀ ਭਰਾ ਵਤੀਰਾ ਕੀਤਾ ਜਾਂ ਕਿਸੇ ਪ੍ਰਕਾਰ ਦੇ ਨਾਲ ਦੁੱਖ ਦੇਣਾ ਕੀਤਾ ਤਾਂ ਹਾਲਤ ਸਾਡੀ ਵੀ ਕਲਮੋਟ ਨਗਰ ਵਰਗੀ ਹੋਵੇਗੀ। ਸੋ ਹੁਣ ਇਸ ਕਰਕੇ ਕੋਈ ਵੀ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਤੰਗ ਨਹੀਂ ਕਰਦਾ। ਉਸ ਦਿਨ ਤੋਂ ਸਾਰੀਆਂ ਜਿਹੜੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰਾਂ ਲਈ ਚੱਲ ਕੇ ਆਉਂਦੀਆਂ, ਬੜੇ ਸੁੱਖ ਦੇ ਸਹਿਤ ਆਉਂਦੀਆਂ ਹਨ, ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਨਹੀਂ ਰਹੀ। ਚੌਪਈ ਕਿਤ ਤੇ ਆਏ ਕਿਸੂ ਮਗ ਜਾਵੇ। ਹੁਣ ਭਾਵੇਂ ਕੋਈ ਕਿਸੇ ਵੀ ਕਿਸ ਇਲਾਕੇ ਤੋਂ ਚੱਲ ਕੇ ਆਵੇ, ਕਿਸੇ ਵੀ ਰਸਤੇ ਤੋਂ ਚੱਲ ਕੇ ਆਵੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ, ਬਾਕ ਕਟੋਰ ਪੀ ਨਹੀਂ ਅਲਾਵੇ। ਤੇ ਹੁਣ ਕੋਈ ਇਹਨਾਂ ਨੂੰ ਕਠੋਰ ਬਚਨ ਵੀ ਨਹੀਂ ਬੋਲਦਾ। ਇਹਨਾਂ ਤੇ ਹਮਲਾ ਕਰਨਾ, ਕਿਸੇ ਪ੍ਰਕਾਰ ਦਾ ਦੁੱਖ ਦੇਣਾ, ਉਹ ਤਾਂ ਦੂਰ ਦੀ ਗੱਲ।
ਹੁਣ ਐਸੇ ਡਰੇ ਆਲੇ ਦੁਆਲੇ ਦੇ ਰੰਗੜ ਜਿਹੜੇ ਸਨ, ਉਥੋਂ ਦੇ ਵਸਨੀਕ ਜਿਹੜੇ ਸਨ, ਉਹ ਹੁਣ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਕਿਸੇ ਪ੍ਰਕਾਰ ਦੇ ਕੋਈ ਕਠੋਰ ਬਚਨ ਵੀ ਨਹੀਂ ਬੋਲਦੇ। ਗੁਰ ਕੋ ਤਰਾਸ ਤਰੇ ਉਰ ਭਾਰੀ। ਗੁਰੂ ਸਤਿਗੁਰੂ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਭਾਰੀ ਜਿਹੜਾ ਡਰ ਹਿਰਦੇ ਵਿੱਚ ਮੰਨਦੇ ਹਨ। ਦੇਖ ਲਿਓ ਕਲ ਮੋਟ ਉਜਾਰੀ। ਜੇ ਕੋਈ ਜਰਾ ਜਿੰਨੀ ਵੀ ਗੱਲ ਕਰਦਾ, ਕਹਿੰਦੇ ਵੇਖ ਲੋ ਕਲਮੋਟ ਨਗਰ ਕਿਵੇਂ ਉਜਾੜ ਕੇ ਥੇ ਬਣਾ ਦਿੱਤਾ। ਉਹ ਹਾਲਤ ਹੋਵੇਗੀ ਜੇ ਕਿਸੇ ਪ੍ਰਕਾਰ ਦੇ ਨਾਲ ਗੁਰੂ ਕੀਆਂ ਸਿੱਖ ਸੰਗਤਾਂ ਦੇ ਨਾਲ ਕੋਈ ਐਸਾ ਵਤੀਰਾ ਕੀਤਾ। ਇਸ ਗੱਲ ਨੂੰ ਲੈ ਕੇ ਬੜਾ ਡਰ ਹਿਰਦੇ ਵਿੱਚ ਬਣਿਆ ਹੈ। ਰਾਜੇ ਨਿਜ ਨਿਜ ਪੁਰ ਮੈਂ ਥਿਰੇ। ਤੇ ਹੁਣ ਜਿਹੜੇ ਇਹ ਪਹਾੜੀ ਰਾਜੇ ਨੇ ਆਪੋ ਆਪਣੀਆਂ ਰਿਆਸਤਾਂ ਦੇ ਵਿੱਚ, ਆਪੋ ਆਪਣੇ ਘਰਾਂ ਦੇ ਵਿੱਚ ਬੜੇ ਆਰਾਮ ਨਾਲ ਟਿਕੇ ਹੋਏ ਹਨ। ਕੁਛ ਵਿਰੋਧ ਕੋ ਜ਼ਿਕਰ ਨਾ ਕਰੇ। ਤੇ ਹੁਣ ਕੋਈ ਵੀ ਗੁਰੂ ਸਾਹਿਬ ਜੀ ਦਾ ਵਿਰੋਧ ਕਰਨ ਦਾ ਜ਼ਿਕਰ ਨਹੀਂ ਕਰਦਾ, ਕਿਉਂਕਿ ਬਹੁਤ ਵਾਰੀ ਜੰਗ ਕਰਕੇ ਵੇਖ ਲਈ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਕੋਲੋਂ ਹਰ ਵੇਲੇ ਹਾਰ ਜਿਹੜੀ ਆ ਉਹੀ ਮਿਲੀ, ਮੂੰਹ ਦੀ ਖਾਣੀ ਪਈ, ਭਾਰੇ ਜਿਹੜਾ ਉਹ ਨੁਕਸਾਨ ਵੀ ਉਠਾਇਆ। ਇਸ ਕਰਕੇ ਗੁਰੂ ਸਾਹਿਬ ਜੀ ਦੇ ਨਾਲ ਵਿਰੋਧ ਦਾ ਕੋਈ ਜ਼ਿਕਰ ਵੀ ਨਹੀਂ ਕਰਦਾ। ਦਰਬ ਖਰਚ ਹੋਇਸ ਬਹੁ ਤੇਰਾ। ਤੇ ਹੁਣ ਵਿਚਾਰਦੇ ਨੇ ਆਪਸ ਦੇ ਵਿੱਚ, ਘਰਾਂ ਦੇ ਵਿੱਚ ਬੈਠੇ ਹੋਏ, ਕਿ ਬਹੁਤ ਭਾਰੀ ਜਿਹੜਾ ਧਨ ਹੈ ਉਹ ਜੰਗ ਯੁੱਧ ਦੇ ਵਿੱਚ ਸਾਡਾ ਖਰਚ ਹੋਇਆ ਹੈ। ਦਇਓ ਤੁਰਕ ਅਰ ਭਟਨ ਕਨੇਰਾ। ਤੁਰਕਾਂ ਨੂੰ ਭਾਰੀ ਧਨ ਜਿਹੜਾ ਉਹ ਦੇਣਾ ਪਿਆ, ਤੇ ਜਿਹੜੇ ਸੂਰਮੇ ਫੌਜਾਂ ਚੜ ਕੇ ਆਈਆਂ ਉਹਨਾਂ ਫੌਜਾਂ ਨੂੰ ਵੀ ਬਹੁਤ ਧਨ ਦੇਣਾ ਪਿਆ। ਇਸ ਕਰਕੇ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਸਾਡਾ ਧਨ ਲੱਗਿਆ, ਖਰਚ ਹੋਇਆ ਹੈ। ਜੰਗ ਸਮਾਜ ਅਪਰ ਜੋ ਨਾਨਾ। ਕਿਉਂਕਿ ਜੰਗ ਦਾ ਜਿਹੜਾ ਸਾਜੋ ਸਮਾਨ ਹੈ, ਰਾਈਫਲਾਂ, ਗੋਲੀਆਂ ਆਦਿਕ, ਤੋਪਾਂ, ਬਾਰੂਦ, ਹੋਰ ਸ਼ਾਸਤਰ ਜਿਹੜੇ ਨੇ, ਜੰਗ ਦਾ ਜਿੰਨਾ ਸਾਜੋ ਸਮਾਨ ਹੈ, ਤਿਨ ਪਰ ਹੋਇਓ ਖਰਚ ਮਹਾਨਾ। ਇਹ ਸਾਰਾ ਕੁਝ ਖਰੀਦਣ ਤੇ, ਇਹ ਸਾਰਾ ਕੁਝ ਲੈਣ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਧਨ ਖਰਚ ਹੋਇਆ। ਤੁਰਕਾਂ ਨੂੰ ਦੇਣਾ ਪਿਆ, ਫਿਰ ਫੌਜਾਂ ਜਿਹੜੀਆਂ ਆਈਆਂ ਉਹਨਾਂ ਨੂੰ ਧਨ ਦੇਣਾ ਪਿਆ, ਜੰਗੀ ਸਾਜੋ ਸਮਾਨ ਤੇ ਖਰਚ ਹੋਇਆ। ਇਸ ਕਰਕੇ ਬਹੁਤ ਵੱਡੀ ਗਿਣਤੀ ਵਿੱਚ, ਭਾਰੀ ਮਾਤਰਾ ਦੇ ਵਿੱਚ ਸਾਡਾ ਧਨ ਚਲਾ ਗਿਆ। ਸੰਬੰਦੀ ਅਰ ਸੁਪਟ ਸੰਘਾਰੇ। ਤੇ ਜਿਹੜੇ ਮੈਦਾਨੇ ਜੰਗ ਦੇ ਵਿੱਚ ਸੂਰਮੇ ਜੂਝਦਿਆਂ ਹੋਇਆਂ ਮੌਤ ਦੇ ਘਾਟ ਉਤਰ ਗਏ, ਉਹਨਾਂ ਵਿੱਚ ਬਹੁਤ ਸਾਰੇ ਸਾਡੇ ਸਕੇ ਸੰਬੰਧੀ ਵੀ ਸਨ, ਬਹੁਤ ਸਾਰੇ ਉਹਨਾਂ ਦੇ ਵਿੱਚੋਂ ਰਿਸ਼ਤੇਦਾਰ ਵੀ ਸਨ। ਉਜਰੇ ਉਦੇਸ਼ ਉਪਦਰਵ ਭਾਰੇ। ਤੇ ਸਾਰਾ ਸਾਡਾ ਦੇਸ਼ ਜਿਹੜਾ ਉਜੜ ਗਿਆ, ਸਾਡਾ ਜਿਹੜਾ ਇਹ ਇਲਾਕਾ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਇਹਦਾ ਨੁਕਸਾਨ ਹੋਇਆ ਹੈ। ਸਭ ਹੀ ਰੀਤ ਪਇਓ ਨੁਕਸਾਨ। ਸਾਰੀਆਂ ਰੀਤੀਆਂ ਦੇ ਨਾਲ ਸਾਨੂੰ ਨੁਕਸਾਨ ਹੀ ਉਠਾਉਣਾ ਪਿਆ। ਸਤਿਗੁਰੂ ਜੀ ਦੇ ਨਾਲ ਵੈਰ ਭਾਵਨਾ ਰੱਖ ਕੇ ਜਿਹੜਾ ਅਸੀਂ ਜੰਗ ਯੁੱਧ ਕੀਤੇ, ਜੰਗ ਯੁੱਧ ਦੇ ਕਾਰਨ ਸਾਡਾ ਹੀ ਨੁਕਸਾਨ ਹੋਇਆ, ਸਾਨੂੰ ਹੀ ਭਾਰੀ ਨੁਕਸਾਨ ਜਿਹੜਾ ਉਠਾਉਣਾ ਪਿਆ ਹੈ। ਬਦਿਓ ਸ਼ੋਕ ਅਰ ਦੁਖੀ ਮਹਾਨ। ਤੇ ਬੜਾ ਸ਼ੋਕ ਵਧਿਆ। ਹੁਣ ਘਰ ਘਰ ਦੇ ਵਿੱਚ ਦੁੱਖ ਹੈ। ਜਿਹੜੇ ਸਾਡੇ ਸਕੇ ਸੰਬੰਧੀ ਸਨ, ਮੈਦਾਨੇ ਜੰਗ ਵਿੱਚ ਜਿਹੜੇ ਮੌਤ ਦੇ ਘਾਟ ਉਤਰ ਗਏ, ਉਹਨਾਂ ਦੇ ਘਰਾਂ ਦੇ ਵਿੱਚ ਸ਼ੋਕ ਹੈ। ਇਸ ਕਰਕੇ ਜਿਹੜਾ ਭਾਰੀ ਦੁੱਖ ਸਾਨੂੰ ਸਹਿਣਾ ਪਿਆ ਹੈ। ਆਪੇ ਆਪਣੇ ਪੁਰ ਥਿਰ ਰਹੇ। ਹੁਣ ਆਪੋ ਆਪਣੇ ਨਗਰਾਂ ਦੇ ਵਿੱਚ, ਆਪੋ ਆਪਣੇ ਘਰਾਂ ਦੇ ਵਿੱਚ ਸਾਰੇ ਆਰਾਮ ਦੇ ਨਾਲ ਟਿਕੇ ਹੋਏ ਹਨ। ਗੁਰ ਕੀ ਬਾਤ ਨ ਕੈਸੇ ਕਹੇ। ਹੁਣ ਗੁਰੂ ਜੀ ਦੀ ਗੱਲ ਕੋਈ ਵੀ ਡਰਦਾ ਕਰਦਾ ਨਹੀਂ। ਐਸਾ ਡਰ ਬਣਿਆ ਹੈ, ਐਸੇ ਡਰੇ ਹੋਏ ਨੇ ਕਿ ਗੁਰੂ ਸਾਹਿਬ ਜੀ ਦੇ ਬਾਬਤ ਕੋਈ ਵੀ ਕਿਸੇ ਪ੍ਰਕਾਰ ਦੇ ਕੋਈ ਗੱਲ ਨਹੀਂ ਕਰਦਾ। ਜਬ ਸਤਿਗੁਰ ਮਾਰੀ ਕਲਮੋਟ। ਜਦੋਂ ਤੋਂ ਸਤਿਗੁਰੂ ਜੀ ਨੇ ਕਲਮੋਟ ਨਗਰ ਨੂੰ ਮਾਰਿਆ, ਭਾਵ ਖਤਮ ਕੀਤਾ, ਇੱਥੋਂ ਦੇ ਲੋਕਾਂ ਨੇ ਜਿਨ੍ਹਾਂ ਨੇ ਸਿੱਖ ਸੰਗਤਾਂ ਤੇ ਹਮਲਾ ਕੀਤਾ, ਉਹਨਾਂ ਨੂੰ ਭਾਰੀ ਦੰਡ ਜਦੋਂ ਤੋਂ ਦੇਣਾ ਕੀਤਾ ਹੈ।
ਕਿਸਹੁ ਨ ਚਿਤਵੇ ਉਹ ਗੁਰ ਸੰਗ ਖੋਟ। ਹੁਣ ਉਦੋਂ ਤੋਂ ਵੀ ਕੋਈ ਗੁਰੂ ਪਾਤਸ਼ਾਹ ਜੀ ਦੇ ਤਾਈ ਮਨ ਵਿੱਚ ਖੋਟ ਨਹੀਂ ਰੱਖਦਾ। ਵੇਖਿਆ ਕਿ ਗੁਰੂ ਸਾਹਿਬ ਜੀ ਭਾਰੀ ਦੰਡ ਦਿੰਦੇ ਨੇ, ਭਾਰੀ ਸਜ਼ਾਵਾਂ ਦਿੰਦੇ ਨੇ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨਿਰਵੈਰ ਨੇ, ਕਿਸੇ ਨਾਲ ਵੈਰ ਨਹੀਂ ਰੱਖਦੇ। ਪਰ ਜੇ ਕੋਈ ਚੜ੍ਹਾਈ ਕਰਕੇ ਆਵੇ, ਪਹਿਲ ਕਰੇ, ਤੇ ਫਿਰ ਉਹਨੂੰ ਕੀਤੇ ਦਾ ਦੰਡ ਵੀ ਜ਼ਰੂਰ ਦਿੰਦੇ ਨੇ। ਹੁਣ ਜਦੋਂ ਤੋਂ ਕਲਮੋਟ ਨਗਰ ਦੇ ਲੋਕਾਂ ਨੂੰ ਦੰਡ ਦਿੱਤਾ, ਉਦੋਂ ਤੋਂ ਮਨ ਵਿੱਚ ਕੋਈ ਵੀ ਗੁਰੂ ਪਾਤਸ਼ਾਹ ਜੀ ਦੇ ਤਾਈਂ ਖੋਟ ਨਹੀਂ ਰੱਖਦਾ। ਇਕ ਮੁਕਾਮ ਕੀਨਸ ਤਿਸ ਥਾਨ। ਤੇ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਸੁੰਦਰ ਰਮਣੀਕ ਜਗ੍ਹਾ ਤੇ ਆਪਣਾ ਜਿਹੜਾ ਡੇਰਾ ਕੀਤਾ ਹੈ। ਬੈਠੇ ਸ਼੍ਰੀ ਪ੍ਰਭ ਲਾਏ ਦੀਵਾਨ। ਸਤਿਗੁਰੂ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੈ, ਦੀਵਾਨ ਲੱਗਿਆ। ਸਤਿਗੁਰੂ ਪਾਤਸ਼ਾਹ ਜੀ ਦਾ ਸੋਹਣਾ ਦੀਵਾਨ ਸਜਿਆ ਹੈ। ਦਇਆ ਸਿੰਘ ਆਦਿਕ ਢਿਗ ਥੇਰੇ। ਭਾਈ ਦਇਆ ਸਿੰਘ ਜੀ ਆਦਿਕ ਜਿਹੜੇ ਮੁਖੀ ਸਿੰਘ ਸਨ, ਉਹ ਵੀ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਦੀਵਾਨ ਦੇ ਵਿੱਚ ਮੌਜੂਦ ਸਨ। ਸਕਲ ਖਾਲਸਾ ਬਿਨਤੀ ਕਰੇ। ਤੇ ਭਾਈ ਦਇਆ ਸਿੰਘ ਜੀ ਆਦਿਕ ਮੁਖੀ ਗੁਰਸਿੱਖਾਂ ਨੇ, ਗੁਰੂ ਕੇ ਖਾਲਸੇ ਨੇ ਸਤਿਗੁਰੂ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਨੂੰ ਆ ਕੇ ਬੇਨਤੀ ਕੀਤੀ, ਕਹਿਣ ਲੱਗੇ, ਨਿਕਸੇ ਜਬ ਆਨੰਦਪੁਰ ਛੋਰ। हे ਸਤਿਗੁਰੂ ਪਾਤਸ਼ਾਹ ਜੀਓ, ਜਦੋਂ ਆਨੰਦਪੁਰ ਸਾਹਿਬ ਨੂੰ ਛੱਡ ਕਰਕੇ ਆਪ ਜੀ ਉੱਥੋਂ ਆਏ ਸੀ, ਆਨੰਦਪੁਰ ਸਾਹਿਬ ਤੋਂ ਜਦੋਂ ਅਸੀਂ ਚੱਲੇ ਸੀ ਇੱਧਰ ਭਪੌਰ ਸਾਹਿਬ ਵਾਲੇ ਸਥਾਨ ਤੇ ਜਦੋਂ ਆਏ ਸੀ, ਗਮਨੇ ਪ੍ਰਿਥਵੀ ਪਰ ਕੀ ਔਰ। ਪਰਾਈ ਧਰਤੀ, ਆਪਣੀ ਧਰਤੀ ਜਿਹੜੀ ਆਨੰਦਾਂ ਦੇ ਪੁਰੀ ਸੀ, ਆਨੰਦਪੁਰ ਸਾਹਿਬ ਨੂੰ ਛੱਡ ਕਰਕੇ ਪਾਤਸ਼ਾਹ ਜਿਹੜੀ ਪਰਾਈ ਧਰਤੀ ਸੀ, ਪਰਾਏ ਇਲਾਕੇ ਵਿੱਚ ਚੱਲ ਕੇ ਜਦੋਂ ਆਏ, ਸ਼੍ਰੀ ਮੁਖ ਬਾਕ ਏਵ ਫੁਰਮਾਇਓ। ਤੇ ਸਤਿਗੁਰੂ ਪਾਤਸ਼ਾਹ ਜੀ ਉਸ ਵਕਤ ਆਪ ਜੀ ਨੇ ਇੱਕ ਬਚਨ ਕੀਤਾ ਸੀ, ਸਭ ਸਿੰਘਨ ਕੋ ਸ਼੍ਰੋਣ ਸੁਨਾਇਓ। ਗੁਰੂ ਕੇ ਖਾਲਸੇ ਨੇ ਆਪ ਜੀ ਦਾ ਉਹ ਬਚਨ ਸਰਵਣ ਕੀਤਾ। ਗੁਰੂ ਕੇ ਖਾਲਸੇ ਦੇ ਨਾਲ ਜਦੋਂ ਆਪ ਜੀ ਨੇ ਉਹ ਬਚਨ ਕੀਤਾ, ਬਚਨ ਕਹੇ, ਹਮਰੋ ਸਦਨ ਆਨੰਦਪੁਰ ਮਾਹੀ। ਕਿ ਸਾਡਾ ਘਰ ਆਨੰਦਪੁਰ ਸਾਹਿਬ ਹੈ, ਆਨੰਦਪੁਰ ਸਾਹਿਬ ਦੇ ਵਿੱਚ ਵਸਣ ਵਾਲੇ ਹਾਂ ਅਸੀਂ। ਆਨੰਦਪੁਰ ਸਾਹਿਬ ਸਾਡੀ ਨਗਰੀ ਹੈ, ਸਾਡਾ ਘਰ ਹੈ। ਇਸ ਕੋ ਕਿਮ ਛੋਰੇ ਕਬ ਨਾਈ। ਕਹਿਣ ਲੱਗੇ, ਅਸੀਂ ਕਿਵੇਂ ਛੱਡ ਸਕਦੇ ਆ ਆਨੰਦਪੁਰ ਸਾਹਿਬ ਨੂੰ, ਜੇ ਜਿਹੜੇ ਸਾਡੇ ਗੁਰੂ ਪਿਤਾ ਨੇ ਆਪ ਧਰਤੀ ਖਰੀਦ ਕੇ ਜਿੱਥੇ ਆਨੰਦਾਂ ਦੇ ਪੁਰੀ, ਆਨੰਦਾਂ ਦਾ ਘਰ ਨਗਰ ਵਸਾਉਣਾ ਕੀਤਾ। ਪਾਤਸ਼ਾਹ ਕਹਿਣ ਲੱਗੇ, ਅਸੀਂ ਕਿਵੇਂ ਛੱਡ ਸਕਦੇ ਹਾਂ ਆਨੰਦਪੁਰ ਸਾਹਿਬ ਨੂੰ। ਸੋ ਅਬ ਬਾਕ ਸੰਭਾਲਨ ਕਰੋ। ਸਤਿਗੁਰੂ ਪਾਤਸ਼ਾਹ ਜੀ ਉਹ ਜਿਹੜੇ ਵਾਕ ਤੁਸੀਂ ਕਹੇ ਸਨ, ਬਚਨ ਕਹੇ ਸਨ, ਆਨੰਦਪੁਰ ਸਾਹਿਬ ਦੇ ਵਿੱਚ ਵਸਣ ਵਾਲੇ, ਰਹਿਣ ਵਾਲੇ, ਉਹ ਜਿਹੜੇ ਕਹੇ ਹੋਏ ਬਚਨ ਸਨ, ਆਪ ਜੀ ਉਹਨਾਂ ਬਚਨਾਂ ਦੇ ਅਨੁਸਾਰ ਕਰਨਾ ਕਰੋ। ਚਲਨ ਚਾਹ ਔਰ ਪੁਰ ਨਿਜ ਧਰੋ। ਤੇ ਆਪ ਜੀ ਆਨੰਦਪੁਰ ਸਾਹਿਬ ਨੂੰ ਚੱਲਣ ਦੀ ਤਿਆਰੀ ਕਰਵਾਓ। ਪਾਤਸ਼ਾਹ ਤੁਸੀਂ ਬਚਨ ਕੀਤਾ ਸੀ ਕਿ ਆਨੰਦਪੁਰ ਸਾਹਿਬ ਨਹੀਂ ਅਸੀਂ ਛੱਡ ਸਕਦੇ, ਆਨੰਦਪੁਰ ਸਾਹਿਬ ਦੇ ਵਿੱਚ ਵਸਾਂਗੇ। ਸੋ ਹੁਣ ਆਪ ਜੀ ਕਿਰਪਾ ਕਰਕੇ ਤਿਆਰੀ ਕਰਵਾਓ। ਸਰਬ ਗਿਰੇਸ਼ਵਰ ਲਰ ਪਛਹਾਰੇ। ਤੇ ਹੁਣ ਕਿਉਂਕਿ ਜਿਹੜੇ ਗ੍ਰੇਸ਼ਰ ਜਿਹੜੇ ਰਾਜੇ ਸਨ, ਪਹਾੜੀ ਰਾਜੇ, ਉਹਨਾਂ ਨੇ ਬੜੇ ਜੰਗ ਯੁੱਧ ਆਪ ਜੀ ਦੇ ਨਾਲ ਕਰਕੇ ਵੇਖ ਲਏ ਹਨ, ਉਹ ਹਾਰ ਗਏ ਹਨ। ਹੁਣ ਉਹਨਾਂ ਦੇ ਵਿੱਚ ਜੰਗ ਕਰਨ ਦੀ ਹਿੰਮਤ ਨਹੀਂ ਰਹੀ। ਆਪੇ ਆਪਣੇ ਨਗਰ ਸਿਧਾਰੇ। ਜੰਗ ਯੁੱਧ ਦੇ ਵਿੱਚ ਹਾਰ ਖਾ ਕੇ, ਵੱਡਾ ਨੁਕਸਾਨ ਕਰਵਾ ਕੇ ਆਪੋ ਆਪਣੇ ਨਗਰਾਂ ਦੇ ਵਿੱਚ ਵਾਪਸ ਚਲੇ ਗਏ ਹਨ। ਰਣ ਉਦਯੋਗ ਤਿਆਗ ਸਭ ਦੀਨਾ। ਤੇ ਹੁਣ ਉਹਨਾਂ ਨੇ ਰਣ ਭੂਮੀ ਜਿਹੜੀ ਆ ਉਹ ਛੱਡ ਦਿੱਤੀ ਹੈ। ਜੂਝਣਾ ਜਿਹੜਾ ਉਹਨਾਂ ਦੇ ਮਨ ਅੰਦਰ, ਹੁਣ ਉਹ ਇਤਨੇ ਡਰੇ ਹੋਏ ਨੇ, ਹੁਣ ਰਣ ਭੂਮੀ ਦੇ ਵਿੱਚ ਜੂਝਣ ਨੂੰ ਉਹਨਾਂ ਦਾ ਮਨ ਨਹੀਂ ਕਰਦਾ, ਡਰੇ ਹੋਏ ਚਲੇ ਗਏ ਹਨ। ਜਨ ਉਤਸ਼ਾਹ ਛੀਨ ਕਿਨ ਲੀਨਾ। ਮਾਨੋ ਜਿਵੇਂ ਕਿਸੇ ਨੇ ਉਹਨਾਂ ਦਾ ਜੰਗ ਕਰਨ ਦਾ ਉਤਸ਼ਾਹ ਖੋਹ ਲਿਆ ਹੋਵੇ। ਪਾਤਸ਼ਾਹ ਐਸੀ ਮਾਰ ਪਈ ਆ ਉਹਨਾਂ ਨੂੰ, ਐਸੇ ਡਰੇ ਨੇ, ਹੁਣ ਉਹਨਾਂ ਦੇ ਅੰਦਰ ਜੰਗ ਕਰਨ ਦਾ ਉਤਸ਼ਾਹ ਨਹੀਂ ਰਿਹਾ। ਇਉਂ ਲੱਗਦਾ ਕਿ ਕਿਸੇ ਨੇ ਉਹਨਾਂ ਦੇ ਕੋਲੋਂ ਉਹਨਾਂ ਦਾ ਉਤਸ਼ਾਹ ਖੋਹ ਲਿਆ ਹੋਵੇ। ਅਬ ਹਟ ਕਹਾ ਵਿਪੋਰ ਸਿਧਾਰੋ। ਤੇ ਪਾਤਸ਼ਾਹ ਜੀ ਹੁਣ ਇੱਥੋਂ ਚੱਲ ਕੇ ਆਪ ਜੀ ਫਿਰ ਭਪੌਰ ਜਾਵੋਗੇ,
ਇਸ ਸਥਾਨ ਤੋਂ ਆਪ ਜੀ ਭਪੌਰ ਜਾਣ ਦੇ ਬਜਾਏ ਸ਼੍ਰੀ ਅਨੰਦਪੁਰ ਆਪਨ ਸੰਭਾਰੋ। ਸਤਿਗੁਰੂ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਜਿੱਥੇ ਆਪ ਜੀ ਦਾ ਘਰ ਹੈ, ਆਪ ਜੀ ਦਾ ਨਿਵਾਸ ਹੈ, ਜੋ ਨਗਰ ਆਪ ਜੀ ਦੇ ਗੁਰੂ ਪਿਤਾ ਨੇ ਵਸਾਇਆ ਹੈ, ਹੁਣ ਭਪੌਰ ਸਾਹਿਬ ਜਾਣ ਦੇ ਬਜਾਏ ਆਪ ਜੀ ਆਨੰਦਪੁਰ ਸਾਹਿਬ ਨੂੰ ਚੱਲਣਾ ਕਰੋ। ਸਕਲ ਖਾਲਸੇ ਤੇ ਸੁਨ ਬਾਨੀ। ਜਦੋਂ ਸਾਰੇ ਖਾਲਸੇ ਨੇ ਇਕੱਤਰ ਹੋ ਕੇ ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਖਾਲਸੇ ਦੀ ਬੇਨਤੀ ਸੁਣੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ। ਜਾਨੀ ਮਨ ਕੀ ਚਾਹ ਮਹਾਨੀ। ਬੜੇ ਜਿਹੜੀ ਮਹਾਨ ਚਾਹਤ ਸੀ ਖਾਲਸੇ ਦੀ ਆਨੰਦਪੁਰ ਸਾਹਿਬ ਵਸਣ ਦੀ, ਉਹ ਚਾਹਤ ਨੂੰ ਗੁਰੂ ਸਾਹਿਬ ਜੀ ਨੇ ਜਾਣਿਆ ਹੈ, ਭਾਵਨਾ ਨੂੰ ਜਾਣਿਆ ਹੈ। ਦੇਨ ਆਨੰਦ ਆਨੰਦਪੁਰ ਕੇਰਾ। ਤੇ ਆਨੰਦਾਂ ਦੇ ਪੁਰੇ ਨੂੰ ਆਨੰਦ ਦੇਣ ਦੇ ਵਾਸਤੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਮਾਨੀ ਬਾਤ ਪ੍ਰਭੂ ਇਸ ਬੇਰਾ। ਤੇ ਹੁਣ ਜਿਹੜੀ ਬੇਨਤੀ ਕੀਤੀ ਸੀ ਗੁਰੂ ਕੇ ਖਾਲਸੇ ਨੇ, ਫਿਰ ਉਸੇ ਤਰ੍ਹਾਂ ਆਨੰਦ ਵਰਤਾਉਣ ਦੇ ਲਈ ਗੁਰੂ ਪਾਤਸ਼ਾਹ ਜੀ ਨੇ ਖਾਲਸੇ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ। ਪਾਚਲ ਡੇਰਾ ਕੈ ਅਨਵਾਇਓ। ਤੇ ਹੁਣ ਗੁਰੂ ਪਾਤਸ਼ਾਹ ਜੀ ਨੇ ਕੁਝ ਸਮੇਂ ਲਈ ਇੱਥੇ ਹੀ ਕਹਿ ਕੇ ਡੇਰਾ ਕੀਤਾ। ਸੁਨ ਸੁਧ ਸ਼੍ਰੋਣ ਸ਼ੀਗਰ ਹੀ ਆਇਓ। ਤੇ ਜਿਹੜੇ ਕੁਝ ਗੁਰੂ ਕੇ ਸਿੰਘ ਭਪੌਰ ਸਾਹਿਬ ਵਾਲੇ ਸਥਾਨ ਤੇ ਰੁਕੇ ਹੋਏ ਸਨ, ਉਹਨਾਂ ਨੂੰ ਵੀ ਕਹਿ ਕੇ ਮੰਗਵਾਇਆ, ਸੁਨੇਹਾ ਘੱਲਿਆ ਕਿ ਗੁਰੂ ਪਾਤਸ਼ਾਹ ਜੀ ਨੇ ਬੁਲਾਇਆ, ਆਨੰਦਪੁਰ ਸਾਹਿਬ ਨੂੰ ਚੱਲਣਾ ਹੈ। ਮਾਨੋ ਉਹਨਾਂ ਦੇ ਮਨਾਂ ਅੰਦਰ ਵੀ ਚਾਅ ਆਇਆ, ਖੁਸ਼ੀ ਦੀ ਲਹਿਰ ਦੌੜ ਉੱਠੀ। ਉਹ ਵੀ ਬੜੀ ਸ਼ੀਘਰਤਾ ਦੇ ਨਾਲ ਛੇਤੀ ਤਿਆਰੀ ਕਰਕੇ ਚੱਲ ਕੇ ਇੱਥੇ ਆਣ ਪਹੁੰਚੇ। ਸਕਲ ਬਹੀਰ ਮਿਲਿਓ ਇੱਕ ਥਾਏ। ਤੇ ਹੁਣ ਜਿੰਨੇ ਵੀ ਵਹੀਰ ਸੀ ਗੁਰੂ ਖਾਲਸੇ ਦੀ, ਜਿੰਨੇ ਵੀ ਸੁਭਾਟ ਸੂਰਮੇ ਸਨ, ਉਹ ਛੇਤੀ ਹੀ ਆ ਕੇ ਇੱਕ ਜਗ੍ਹਾ ਤੇ ਇਕੱਤਰ ਹੋਏ ਹਨ। ਸੁਪਤ ਜਥਾ ਸੁਖ ਰਾਤ ਬਿਤਾਏ। ਤੇ ਜਦੋਂ ਹੁਣ ਸਾਰਾ ਖਾਲਸਾ ਗੁਰੂ ਪਾਤਸ਼ਾਹ ਜੀ ਦੇ ਕੋਲ ਇਕੱਠਾ ਹੋਇਆ, ਸਾਰੇ ਸਿੰਘ ਸੂਰਮੇ ਚੱਲ ਕੇ ਇੱਥੇ ਪਹੁੰਚੇ ਤੇ ਅੱਜ ਦੀ ਰਾਤ ਜਿਹੜੀ ਹੈ ਇੱਥੇ ਰਹਿ ਕੇ ਸੁਖ ਦੇ ਨਾਲ ਬਤੀਤ ਕੀਤੀ ਹੈ। ਦਿਵਸ ਆਗਲੇ ਕੀਨਸ ਤਿਆਰੀ। ਸਵੇਰੇ ਅੰਮ੍ਰਿਤ ਵੇਲਾ ਹੋਇਆ, ਅੰਮ੍ਰਿਤ ਵੇਲੇ ਉੱਠੇ ਨੇ, ਸੌਚ ਇਸ਼ਨਾਨ ਕੀਤਾ ਹੈ, ਵਾਹਿਗੁਰੂ ਪਰਮੇਸ਼ਰ ਦੀ ਭਜਨ ਬੰਦਗੀ ਕੀਤੀ ਹੈ। ਉੱਠ ਕੇ ਹੁਣ ਆਨੰਦਪੁਰ ਸਾਹਿਬ ਨੂੰ ਦਿਨ ਦਾ ਚੜ੍ਹਾਅ ਹੋਇਆ, ਚੱਲਣ ਦੀਆਂ ਤਿਆਰੀਆਂ ਕਰਨੀਆਂ ਆਰੰਭ ਕੀਤੀਆਂ ਹਨ। ਭਇਓ ਦਮਾਮਾ ਜਿਸ ਧੁਨ ਭਾਰੀ। ਤੇ ਹੁਣ ਦਮਾਮਾ ਵਜਿਆ, ਰਣਜੀਤ ਨਗਾਰੇ ਤੇ ਚੋਭਾਂ ਲਾਈਆਂ ਗਈਆਂ ਨੇ। ਰਣਜੀਤ ਨਗਾਰੇ ਦੀ ਭਾਰੀ ਜਿਹੜੀ ਗੂੰਜ ਹੈ ਉਹ ਪਹਾੜਾਂ ਦੇ ਵਿੱਚ ਗੂੰਜਣ ਲੱਗੀ ਹੈ। ਜ਼ੀਨ ਪਵੰਗਮ ਪਰ ਸਭ ਪਾਏ। ਤੇ ਹੁਣ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਗਈਆਂ, ਕਾਫਲੇ ਦੇ ਚੱਲਣ ਦੀ ਤਿਆਰੀ ਕੀਤੀ ਗਈ। ਆਯੁਧ ਆਦ ਤੁਫੰਗ ਉਠਾਏ। ਤੇ ਯੁੱਧ ਦਾ ਜਿਹੜਾ ਸਾਜੋ ਸਮਾਨ ਸੀ ਤੇ ਰਾਧਕ ਜਿਹੜੇ ਸੰਸਾਰੇ ਸ਼ਸਤਰ ਵਸਤਰ ਉਹ ਸੰਭਾਲੇ ਗਏ ਹਨ। ਕਮਰ ਕਸਾ ਕਰ ਹੋਏ ਸਾਵਧਾਨਾ। ਹੁਣ ਕਮਰ ਕਸਾ ਕੀਤਾ ਹੈ, ਕਮਰ ਕਸਾ ਕਰਕੇ ਗੁਰੂ ਖਾਲਸਾ ਤਿਆਰ ਬਰ ਤਿਆਰ ਹੋਇਆ ਹੈ। ਸਕਲ ਖਾਲਸਾ ਵੀਰ ਮਹਾਨਾ। ਮਾਨੋ ਸਾਰਾ ਖਾਲਸਾ ਵੀਰ ਰਸ ਦੇ ਵਿੱਚ ਆਇਆ ਹੈ। ਵੀਰ ਰਸ ਖਾਲਸੇ ਦੇ ਵਿੱਚ ਜਿਹੜਾ ਜਾਗਿਆ ਹੈ, ਵੀਰ ਰਸ ਦੇ ਸਹਿਤ ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋਇਆ ਚੱਲਣ ਵਾਸਤੇ। ਖੜਗ ਨਿਖੰਗ ਅੰਗ ਸੰਗ ਲਾਏ। ਸ੍ਰੀ ਸਾਹਿਬ ਤਲਵਾਰਾਂ ਜਿਹੜੀਆਂ ਨੇ ਉਹ ਗਾਤਰੇ ਦੇ ਵਿੱਚ ਪਾਈਆਂ ਗਈਆਂ। ਪੱਥਾ ਜਿਹੜਾ ਤੀਰਾਂ ਵਾਲਾ ਉਹ ਆਪਣੇ ਸਰੀਰ ਤੇ ਸਜਾਇਆ ਹੈ। ਚਾਪ ਆਪ ਪ੍ਰਭ ਹਾਥ ਉਠਾਏ। ਸੋਹਣਾ ਸੁੰਦਰ ਜਿਹੜਾ ਧਨੁਖ ਸੀ ਗੁਰੂ ਪਾਤਸ਼ਾਹ ਜੀ ਦਾ, ਭਾਰੀ ਧਨੁਖ ਗੁਰੂ ਸਾਹਿਬ ਜੀ ਨੇ ਆਪਣੇ ਹੱਥ ਦੇ ਵਿੱਚ ਸੰਭਾਲਿਆ। ਗਾਤਰੇ ਕਿਰਪਾਨ ਪਾਈ ਹੈ, ਪੱਥਾ ਸਰੀਰ ਤੇ ਲਾਇਆ, ਕਮਰ ਕੱਸਾ ਕਰਕੇ ਗੁਰੂ ਸਾਹਿਬ ਜੀ ਤਿਆਰ ਬਰ ਤਿਆਰ ਹੋਏ ਹਨ। ਦਲ ਬਿਦਾਰ ਸੁੰਦਰ ਵੱਡ ਘੋਰਾ। ਤੇ ਜਿਹੜਾ ਦਲਾਂ ਦਾ ਨਾਸ਼ ਕਰਨ ਵਾਲਾ ਬੜਾ ਸ਼ਕਤੀਸ਼ਾਲੀ ਜਿਹੜਾ ਘੋੜਾ ਸੀ, ਜਿਹਦੇ ਤੇ ਗੁਰੂ ਪਾਤਸ਼ਾਹ ਜੀ ਸਵਾਰ ਹੁੰਦੇ ਸਨ, ਬੜਾ ਚੰਚਲ ਬੜਾ ਵਾਲਾ ਜਿਹੜਾ ਕਈ ਦਲਾਂ ਦਾ ਨਾਸ਼ ਕਰਨ ਵਾਲਾ ਸੀ, ਐਸਾ ਉਹ ਚੰਚਲ ਬਲਵਾਨ ਘੋੜੇ ਨੂੰ ਤਿਆਰ ਕੀਤਾ ਗਿਆ ਹੈ। ਚੰਚਲ ਮਹਾ ਪਰਿਓ ਤਨ ਜ਼ੋਰਾ। ਬੜਾ ਚੰਚਲ ਸੀ, ਬੜਾ ਬਲ ਸੀ ਘੋੜੇ ਦੇ ਵਿੱਚ, ਬੜਾ ਜ਼ੋਰ ਸੀ, ਬੜਾ ਸ਼ਕਤੀਸ਼ਾਲੀ ਸੀ। ਹੋਏ ਅਰੂੜ ਮਾਰਗ ਪ੍ਰਸਥਾਨੇ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਉਹ ਸੋਹਣਾ ਸੁੰਦਰ ਘੋੜਾ ਤਿਆਰ ਕੀਤਾ ਗਿਆ ਹੈ, ਕਾਠੀ ਪਾਈ ਗਈ ਹੈ, ਸ਼ਿੰਗਾਰਿਆ ਗਿਆ ਹੈ।
ਸਤਿਗੁਰੂ ਪਾਤਸ਼ਾਹ ਜੀ ਉਹ ਬਲਵਾਨ ਚੰਚਲ ਘੋੜੇ ਤੇ ਸਵਾਰ ਹੋਏ ਹਨ। ਤੁੰਦਪ ਬਜਤੇ ਸ਼ਬਦ ਮਹਾਨੇ ਹੁਣ ਚਾਲੇ ਪਾਏ ਨੇ ਰਣਜੀਤ ਨਗਾਰੇ ਤੇ ਚੋਭਾਂ ਲਾਈਆਂ ਗਈਆਂ ਨੇ ਜਿਹਦੀ ਉੱਚੀ ਧੁਨ ਗੂੰਜਦੀ ਹੈ। ਚਲਿਓ ਖਾਲਸਾ ਪ੍ਰਭੂ ਪਿਛਾਰੀ। ਤੇ ਹੁਣ ਅੱਗੇ ਅੱਗੇ ਸਤਿਗੁਰੂ ਪਾਤਸ਼ਾਹ ਜੀ ਜਾ ਰਹੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਤੇ ਪਿੱਛੇ ਪਿੱਛੇ ਸਾਰਾ ਖਾਲਸਾ ਗੁਰੂ ਸਾਹਿਬ ਜੀ ਦੇ ਨਾਲ ਜਾ ਰਿਹਾ ਹੈ। ਮਿਲੇ ਭੇਟ ਦੇ ਪ੍ਰਭੂ ਅਗਾਰੀ। ਤੇ ਹੁਣ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਬਪੌਰ ਸਾਹਿਬ ਵਾਲੇ ਸਥਾਨ ਤੋਂ ਕਲਮੋਟ ਨਗਰ ਤੋਂ ਚਾਲਾ ਪਾਇਆ ਆਨੰਦਪੁਰ ਸਾਹਿਬ ਨੂੰ, ਤੇ ਜਦੋਂ ਰਸਤੇ ਵਿੱਚ ਤੁਰੇ ਆ ਰਹੇ ਨੇ, ਰਸਤੇ ਵਿੱਚ ਜਿਹੜੇ ਨਗਰ ਆਏ ਉਹਨਾਂ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਸਨ, ਗੁਰੂ ਕੇ ਸਿੱਖ ਸੰਗਤਾਂ ਸਨ, ਗੁਰੂ ਨੂੰ ਪਿਆਰ ਕਰਨ ਵਾਲੇ, ਤੇ ਹੋਰ ਵੀ ਜਿਨ੍ਹਾਂ ਦੇ ਮਨਾਂ ਅੰਦਰ ਕਲਮੋਟ ਨਗਰ ਨੂੰ ਵੇਖ ਕੇ ਭਾਰੀ ਡਰ ਪੈਦਾ ਹੋਇਆ, ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਅੱਗੋਂ ਆ ਕੇ ਮਿਲੇ, ਭੇਟਾਵਾਂ ਆਦਿਕ ਅਰਪਣ ਕਰਨ ਲੱਗੇ। ਬਿਨੈ ਕਰੇ ਹਮ ਪ੍ਰਜਾ ਤੁਮਾਰੀ। ਭੇਟਾਵਾਂ ਅਰਪਣ ਕਰਕੇ ਬੇਨਤੀਆਂ ਕਰਦੇ ਨੇ ਕਿ ਪਾਤਸ਼ਾਹ ਅਸੀਂ ਤੁਹਾਡੀ ਪ੍ਰਜਾ ਹਾਂ। ਪਹਿਲਾਂ ਮਨ ਵਿੱਚ ਈਰਖਾ ਭਾਵਨਾ ਰੱਖਦੇ ਸਨ, ਸੰਗਤਾਂ ਨੂੰ ਦੁੱਖ ਦਿੰਦੇ, ਤੇ ਹੁਣ ਜਦੋਂ ਕਲਮੋਟ ਨਗਰ ਦਾ ਹਾਲ ਵੇਖਿਆ ਕਿਵੇਂ ਸਜ਼ਾਵਾਂ ਦਿੱਤੀਆਂ ਉਹਨਾਂ ਨੂੰ, ਤੇ ਹੁਣ ਮਨ ਵਿੱਚ ਭਾਰੀ ਡਰ ਪੈਦਾ ਹੋਇਆ। ਕਹਿਣ ਲੱਗੇ ਪਾਤਸ਼ਾਹ ਅਸੀਂ ਆਪ ਜੀ ਦੀ ਪ੍ਰਜਾ ਹਾਂ। ਆਪਣੇ ਜਾਨ ਕਰੋ ਰਖਵਾਰੀ। ਤੇ ਪਾਤਸ਼ਾਹ ਆਪਣੇ ਜਾਣ ਕੇ ਸਾਨੂੰ ਰੱਖ ਲਵੋ, ਸਾਨੂੰ ਬਚਾ ਲਵੋ, ਕਿਰਪਾ ਕਰੋ ਸਾਡੇ ਉਤੇ। ਇਨਕੋ ਦੇ ਧੀਰਜ ਚੱਲ ਪਰੈ। ਹੁਣ ਜਦੋਂ ਚੱਲ ਕੇ ਆਏ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਬਿਰਧ ਸੁਆਮੀ ਸੰਦਾ। ਗੁਰੂ ਦਾ ਬਿਰਧ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆਂਦਾ, ਗੁਰੂ ਕਿਰਪਾ ਕਰਦੇ ਨੇ। ਤੇ ਚੱਲ ਕੇ ਆਏ, ਸਤਿਗੁਰੂ ਪਾਤਸ਼ਾਹ ਜੀ ਨੇ ਧੀਰਜ ਦਿੱਤਾ, ਕਿਰਪਾ ਕੀਤੀ ਹੈ। ਕੀਤਕ ਦੌਰ ਦੌਰ ਨਰ ਦੁਰੈ। ਤੇ ਹੁਣ ਬਹੁਤ ਦੌੜ ਕੇ ਆ ਕੇ ਚੱਲ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਦੇ ਹਨ। ਸਕੈ ਨ ਸਨਮੁਖ ਹੋਏ ਡਰ ਲਾਜੈ। ਤੇ ਕਈ ਬੜੇ ਮਨਾਂ ਵਿੱਚ ਡਰ ਵੀ ਹੈ, ਸਨਮੁਖ ਨਹੀਂ ਹੁੰਦੇ। ਗੁਰੂ ਸਾਹਿਬ ਜੀ ਦੇ ਸਨਮੁਖ ਹੋਣ ਤੋਂ ਡਰ ਲੱਗਦਾ ਹੈ, ਮਨਾਂ ਅੰਦਰ ਭਾਰੀ ਡਰ ਬਣਿਆ ਹੋਇਆ ਹੈ। ਕੀਤਕ ਦੁਸ਼ਟ ਸੁਨਤ ਧੁਨ ਭਾਜੈ। ਤੇ ਹੁਣ ਜੋ ਤੋ ਧੁਨ ਸੁਣੀ ਹੈ ਰਣਜੀਤ ਨਗਾਰੇ ਦੀ, ਗੁਰੂ ਕਾ ਖਾਲਸਾ ਜਦੋਂ ਤਿਆਰ ਬਰ ਤਿਆਰ ਹੋ ਕੇ ਤੁਰਿਆ ਜਾ ਰਿਹਾ ਹੈ, ਤੇ ਜਿਹੜੇ ਦੋਖੀ ਸਨ ਉਹ ਡਰ ਕੇ ਮਾਨੋ ਭੱਜ ਗਏ, ਦੂਰ ਜਾ ਕੇ ਕਿਤੇ ਲੁਕ ਛਿਪ ਗਏ ਨੇ। ਖਾਲਸੇ ਦਾ ਸਾਹਮਣਾ ਕਰਨ ਦੀ ਉਹਨਾਂ ਦੇ ਵਿੱਚ ਹਿੰਮਤ ਨਹੀਂ ਹੈ। ਜੇ ਬੇਮੁਖ ਹੋਏ ਗ੍ਰਾਮ ਪਛਾਨੈ। ਤੇ ਜਿਹੜੇ ਵੇਖਿਆ ਕਿ ਬੇਮੁਖ ਨੇ ਗੁਰੂ ਤੋਂ, ਗੁਰੂ ਘਰ ਦੇ ਨਾਲ ਈਰਖਾ ਕਰਦੇ ਨੇ, ਗੁਰੂ ਕੀਆਂ ਸੰਗਤਾਂ ਦੇ ਨਾਲ ਜਿਹੜਾ ਮਾੜਾ ਵਿਵਹਾਰ ਕਰਦੇ ਨੇ, ਉਹਨਾਂ ਤੇ ਹਮਲਾ ਕਰਦੇ ਨੇ, ਸਜ਼ਾਵਾਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਦੁੱਖ ਦਿੰਦੇ ਨੇ, ਜਿਹੜੇ ਗੁਰੂ ਘਰ ਦੇ ਦੋਖੀ ਨਿੰਦਕ ਦੁਸ਼ਟ ਲੋਕ ਹਨ। ਲੂਟੈ ਕੂਟੈ ਅਗਰ ਪਿਆਨੈ। ਉਹਨਾਂ ਨੂੰ ਵੀ ਰਸਤੇ ਦੇ ਵਿੱਚ ਜਾਂਦਿਆਂ ਗੁਰੂ ਕਾ ਖਾਲਸਾ ਸੋਧਾ ਲਾਂਦਾ ਜਾ ਰਿਹਾ ਹੈ। ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਕੀਤੇ ਦੀਆਂ ਸਜ਼ਾਵਾਂ ਦਿੱਤੀਆਂ ਜਾਣ ਲੱਗੀਆਂ। ਸ਼੍ਰੀ ਆਨੰਦਪੁਰ ਕੋ ਚੱਲ ਆਏ। ਇਸ ਤਰ੍ਹਾਂ ਦੇ ਨਾਲ ਰਸਤੇ ਦੇ ਵਿੱਚ ਚੱਲਦਿਆਂ ਹੋਇਆਂ ਕਾਫਲਾ ਜਿਹੜਾ ਸਾਰਾ ਰਸਤਾ ਮੁਕਾਉਂਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਸਮੇਤ ਆਨੰਦਪੁਰ ਸਾਹਿਬ ਨਗਰ ਦੇ ਨਜ਼ਦੀਕ ਆਣ ਪਹੁੰਚੇ ਹਨ। ਪਿਤਾ ਸਥਾਨ ਪ੍ਰਥਮ ਦਰਸਾਏ। ਤੇ ਹੁਣ ਗੁਰੂ ਪਿਤਾ ਦੇ ਸਥਾਨ ਦੇ ਆ ਕੇ ਦੂਰੋਂ ਦੀਦਾਰ ਕੀਤੇ, ਵੇਖਿਆ ਜਿਹੜੇ ਧੰਨ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਨਗਰੀ ਵਸਾਈ ਸੀ ਆਨੰਦਪੁਰ ਆਨੰਦਾਂ ਦੇ ਪੁਰੇ, ਉਹ ਗੁਰੂ ਪਿਤਾ ਦੇ ਸਥਾਨ ਨੂੰ ਆ ਕੇ ਦੂਰੋਂ ਵੇਖਿਆ, ਨਮਸਕਾਰ ਕੀਤੀ ਹੈ। ਉਤਰ ਜੋਰ ਕਰ ਬੰਧਨ ਕੀਨ। ਤੇ ਹੁਣ ਗੁਰੂ ਸਾਹਿਬ ਪਾਤਸ਼ਾਹ ਜੀ ਘੋੜੇ ਤੋਂ ਉਤਰੇ, ਘੋੜੇ ਤੋਂ ਉਤਰ ਕੇ ਗੁਰੂ ਸਾਹਿਬ ਜੀ ਨੇ ਦੋਵੇਂ ਹੱਥ ਜੋੜ ਕੇ ਆਨੰਦਪੁਰ ਸਾਹਿਬ ਗੁਰੂ ਸਥਾਨ ਵੱਲ ਮੁਖ ਕਰਕੇ ਨਮਸਕਾਰ ਕੀਤੀ ਹੈ। ਬਹੁਰ ਪ੍ਰਕਰਮਾ ਫੇਰ ਕਰ ਦੀਨ। ਤੇ ਪ੍ਰਕਰਮਾ ਕੀਤੀਆਂ ਨੇ ਉਸ ਸਥਾਨ ਦੀਆਂ ਸਤਿਗੁਰੂ ਪਾਤਸ਼ਾਹ ਜੀ ਨੇ। ਹੱਥ ਜੋੜ ਅਰਦਾਸ ਕਰਾਏ। ਹੁਣ ਇੱਥੇ ਪਹੁੰਚ ਕਰਕੇ ਗੁਰੂ ਸਥਾਨ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਦੋਵੇਂ ਹੱਥ ਜੋੜੇ। ਗੁਰੂ ਸਾਹਿਬ ਜੀ ਪਾਤਸ਼ਾਹ ਜੀ ਨੇ ਵੱਡੇ ਗੁਰੂ ਸਾਹਿਬਾਨ ਦਾ ਧਿਆਨ ਧਰ ਕੇ ਅਰਦਾਸ ਕਰਵਾਈ ਹੈ। ਮధుਰ ਪ੍ਰਸ਼ਾਦ ਬਹੁਤ ਵਰਤਾਏ। ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਈਆਂ ਗਈਆਂ। ਕੜਾ ਪ੍ਰਸ਼ਾਦ ਦੀਆਂ ਦੇਗਾਂ ਜਿਹੜੀਆਂ ਸਨੋ ਸਿੱਖ ਸੰਗਤਾਂ ਦੇ ਵਿੱਚ ਵਰਤਾਈਆਂ ਗਈਆਂ ਅਰਦਾਸ ਕਰਕੇ। ਬਹੁਰੋ ਸਦਨ ਆਪਨੇ ਗਏ। ਤੇ ਇਸ ਪ੍ਰਕਾਰ ਦੇ ਨਾਲ
ਗੁਰੂ ਸਥਾਨ ਦੇ ਸਭ ਤੋਂ ਪਹਿਲਾਂ ਪਹੁੰਚ ਕਰਕੇ ਦੀਦਾਰ ਕੀਤੇ, ਨਮਸਕਾਰ ਕੀਤੇ, ਅਰਦਾਸ ਕੀਤੀ, ਗੁਰੂ ਚਰਨਾਂ ਦਾ ਧਿਆਨ ਧਰ ਕੇ ਦੇਗਾਂ ਕੜਾਹ ਪ੍ਰਸ਼ਾਦੀਆਂ ਵਰਤਾਈਆਂ ਗਈਆਂ। ਸਿੱਖ ਸੰਗਤਾਂ ਤੇ ਰਹਿਮਤ ਕਰਦਿਆਂ, ਕਿਰਪਾ ਕਰਦਿਆਂ, ਖੁਸ਼ੀਆਂ ਵਰਤਾਉਂਦਿਆਂ ਗੁਰੂ ਸਾਹਿਬ ਪਾਤਸ਼ਾਹ ਜੀ ਆਪਣੇ ਘਰ ਦੇ ਵਿੱਚ ਪ੍ਰਵੇਸ਼ ਕਰ ਗਏ। ਪੁਰ ਮੈਂ ਨਾਨਾ ਮੰਗਲ ਤੇ ਪਏ। ਹੁਣ ਆਨੰਦਾਂ ਦੇ ਪੁਰੇ ਦੇ ਵਿੱਚ ਆਨੰਦਪੁਰ ਸਾਹਿਬ ਜਦੋਂ ਗੁਰੂ ਸਾਹਿਬ ਪਾਤਸ਼ਾਹ ਜੀ ਵਾਪਸ ਆਏ, ਮਾਨੋ ਖੁਸ਼ੀਆਂ ਦੇ ਮੰਗਲ ਗਾਏ ਜਾਣ ਲੱਗੇ, ਖੁਸ਼ੀਆਂ ਦੇ ਵਾਜੇ ਵੱਜਣ ਲੱਗੇ ਹਨ। ਨਿਜ ਨਿਜ ਥਾਨ ਖਾਲਸਾ ਥਿਰਿਓ। ਤੇ ਹੁਣ ਆਪੋ ਆਪਣੇ ਸਥਾਨਾਂ ਤੇ ਗੁਰੂ ਕਾ ਖਾਲਸਾ ਜਿਹੜਾ ਉਹ ਆਪੋ ਆਪਣੇ ਘਰਾਂ ਦੇ ਵਿੱਚ ਜਿੱਥੇ ਜਿੱਥੇ ਸਥਾਨ ਸਨ ਪ੍ਰਵੇਸ਼ ਕੀਤਾ ਹੈ। ਧਿਆਨ ਲਗਾਵਨ ਗਨ ਕੋ ਕਰਿਓ। ਤੇ ਇਸ ਪ੍ਰਕਾਰ ਦੇ ਨਾਲ ਜਿਹੜੇ ਘੋੜੇ ਸਨ ਉਹਨਾਂ ਨੂੰ ਵੀ ਜਿਹੜਾ ਹੈ ਆਪੋ ਆਪਣੇ ਥਾਵਾਂ ਤੇ ਬੰਨਿਆ ਗਿਆ ਹੈ। ਪ੍ਰਥਮ ਬਸੇ ਨਰ ਸਭ ਚੱਲ ਆਏ। ਤੇ ਹੁਣ ਇੱਥੇ ਜਿਹੜੇ ਕਿਉਂਕਿ ਜਦੋਂ ਸਤਿਗੁਰੂ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਛੱਡ ਕੇ ਤਿਆਗ ਕਰਕੇ ਕੁਝ ਸਮੇਂ ਲਈ ਚਲੇ ਗਏ, ਤਾਂ ਉਸ ਵਕਤ ਜਦੋਂ ਜੰਗ ਯੁੱਧ ਦਾ ਐਸਾ ਸਮਾਂ ਬਣਿਆ, ਕਈ ਜਿਹੜੇ ਆਨੰਦਪੁਰ ਸਾਹਿਬ ਵਸਣ ਵਾਲੇ ਸਨ ਉਹ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਗਏ ਡਰ ਦੇ ਕਾਰਨ। ਜਦੋਂ ਪਤਾ ਲੱਗਿਆ ਕਿ ਸਤਿਗੁਰੂ ਪਾਤਸ਼ਾਹ ਜੀ ਵਾਪਸ ਆਨੰਦਪੁਰ ਸਾਹਿਬ ਆ ਗਏ ਨੇ, ਆਨੰਦਪੁਰ ਸਾਹਿਬ ਦੀਆਂ ਰੌਣਕਾਂ ਪਰਤਾਈਆਂ ਨੇ, ਆਨੰਦਾਂ ਦੇ ਪੁਰੇ ਦੇ ਵਿੱਚ ਖੁਸ਼ੀਆਂ ਦੇ ਵਾਜੇ ਵੱਜਣ ਲੱਗੇ ਨੇ, ਖੁਸ਼ੀਆਂ ਦੇ ਗੀਤ ਗਾਏ ਜਾਣ ਲੱਗੇ ਨੇ, ਰੌਣਕਾਂ ਪਰਤਾਈਆਂ ਨੇ। ਹੁਣ ਉਹ ਵੀ ਲੋਕ ਜਿਹੜੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਗਏ ਸਨ, ਉਹਨਾਂ ਨੇ ਵੀ ਵਾਪਸ ਆਉਣਾ ਸ਼ੁਰੂ ਕੀਤਾ ਹੈ। ਧਰ ਉਪਹਾਰ ਪਗਨ ਲਪਟਾਏ। ਤੇ ਹੁਣ ਗੁਰੂ ਸਾਹਿਬ ਜੀ ਦੇ ਅੱਗੇ ਭੇਟਾਵਾਂ ਅਰਪਣ ਕਰਦੇ, ਗੁਰੂ ਚਰਨਾਂ ਦੇ ਨਾਲ ਲਿਪਟਦੇ ਨੇ, ਨਮਸਕਾਰਾਂ ਕਰਦੇ ਹਨ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਤੇ। ਸਭ ਹਿਨ ਮਿਲ ਮਿਲ ਬਿਨੇ ਬਖਾਨੀ। ਸਾਰੀਆਂ ਵੀ ਜਿੰਨੇ ਵੀ ਇੱਥੋਂ ਦੇ ਵਸਣ ਵਾਲੇ ਲੋਕ ਸਨ, ਹੋਰ ਸਿੱਖ ਸੰਗਤਾਂ ਜਿਹੜੀਆਂ ਚੱਲ ਕੇ ਆਉਂਦੀਆਂ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਮਿਲ ਕੇ ਦੀਦਾਰ ਕਰਦੀਆਂ ਤੇ ਦੀਦਾਰ ਕਰਕੇ ਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਬੇਨਤੀਆਂ ਕਰਦੀਆਂ ਹਨ। ਸੁਨ ਪ੍ਰਭ ਧੀਰਜ ਦਈ ਮਹਾਨੀ। ਤੇ ਇਹਨਾਂ ਦੀਆਂ ਬੇਨਤੀਆਂ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਅੱਗੋਂ ਧੀਰਜ ਦਿੰਦੇ ਹਨ। ਪ੍ਰਥਕ ਪ੍ਰਥਕ ਕੀ ਕੁਸ਼ਲ ਪੂਛ ਤਬ। ਥਾਂ ਪਰ ਥਾਂ ਜਿੰਨੀਆਂ ਵੀ ਸਿੱਖ ਸੰਗਤਾਂ ਚੱਲ ਕੇ ਆਉਂਦੀਆਂ, ਜਿਹੜੇ ਵੀ ਲੋਕ ਗੁਰੂ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ ਪਹੁੰਚਦੇ, ਸਤਿਗੁਰੂ ਪਾਤਸ਼ਾਹ ਜੀ ਥਾਂ ਪਰ ਥਾਂ ਸਾਰਿਆਂ ਦੀ ਕੁਸ਼ਲਤਾ ਪੁੱਛਦੇ ਨੇ, ਸਾਰਿਆਂ ਦਾ ਹਾਲ ਚਾਲ ਸੁਖ ਸ਼ਾਂਤ ਪੁੱਛਦੇ ਹਨ। ਹਰਖਤ ਕਰੇ ਨਗਰ ਕੇ ਜਨ ਸਭ। ਤੇ ਜਿਹੜੇ ਨਗਰ ਦੇ ਵਿੱਚ ਰਹਿ ਰਹੇ ਸਨ ਉਹ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ ਸਤਿਗੁਰੂ ਪਾਤਸ਼ਾਹ ਜੀ ਦੇ ਆਉਣ ਦੇ ਨਾਲ। ਹੁਕਮ ਕਰਿਓ ਪੁਰ ਕੇ ਨਰ ਜੇਈ। ਤੇ ਹੁਕਮ ਕੀਤਾ ਗੁਰੂ ਪਾਤਸ਼ਾਹ ਜੀ ਨੇ, ਜਿੰਨੇ ਵੀ ਨਗਰ ਦੇ ਵਿੱਚ ਵਸਣ ਵਾਲੇ ਸਨ, ਇਹਨਾਂ ਸਾਰਿਆਂ ਦੇ ਤਾਈਂ ਗੁਰੂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ। ਉਜਰ ਗਏ ਆਨੋ ਸਭ ਤੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਸ ਜਿਹੜੇ ਇਸ ਨਗਰ ਦੇ ਵਿੱਚੋਂ ਉਜੜ ਕੇ ਚਲੇ ਗਏ ਸਨ, ਭਾਵ ਇਸ ਨਗਰ ਨੂੰ ਛੱਡ ਕਰਕੇ ਆਨੰਦਾਂ ਦੇ ਪੁਰੇ ਨੂੰ ਤਿਆਗ ਕਰਕੇ ਹੋਰ ਕਿਤੇ ਚਲੇ ਗਏ ਸਨ, ਅਪਰ ਬਾਨੀਏ ਆਦ ਜੇ ਆਵੇ। ਤੇ ਉਹਨਾਂ ਨੂੰ ਜਾਓ, ਉਹਨਾਂ ਨੂੰ ਲੈ ਕੇ ਆਉਣਾ ਕਰੋ, ਉਹਨਾਂ ਨੂੰ ਇੱਥੇ ਲੈ ਕੇ ਵਸਾਉਣਾ ਕਰੋ। ਬਸੇ ਸਦਨ ਤਿਨ ਕੇ ਬਨਵਾਵੇ। ਤੇ ਉਹਨਾਂ ਦੇ ਵਸਣ ਦੇ ਲਈ ਅਸੀਂ ਘਰ ਬਣਵਾਵਾਂਗੇ। ਜਿਹਦੇ ਕੋਲ ਘਰ ਨਹੀਂ ਹੋਵੇਗਾ ਉਹਦੇ ਵਸਣ ਦੇ ਲਈ ਅਸੀਂ ਆਪ ਘਰ ਬਣਾ ਕੇ ਦੇਵਾਂਗੇ। ਪਰਉਪਕਾਰੀ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਇਮ ਕੈ ਸਕਲ ਹਕਾਰਨ ਕਰੇ। ਇਸ ਤਰ੍ਹਾਂ ਦੇ ਨਾਲ ਕਹਿ ਕੇ ਸਾਰਿਆਂ ਨੂੰ ਗੁਰੂ ਪਾਤਸ਼ਾਹ ਜੀ ਨੇ ਭੇਜਣਾ ਕੀਤਾ ਹੈ। ਅਧਿਕ ਬਸਾਵਨ ਬਾਛਾ ਧਰੇ। ਕਿਉਂਕਿ ਗੁਰੂ ਪਾਤਸ਼ਾਹ ਜੀ ਇਸ ਨਗਰ ਦੇ ਵਿੱਚ ਵੱਡੇ ਗਿਣਤੀ ਦੇ ਵਿੱਚ ਲੋਕਾਂ ਨੂੰ ਵਸਾਉਣਾ ਚਾਹੁੰਦੇ ਨੇ। ਆਨੰਦਾਂ ਦੇ ਪੁਰੇ ਦੇ ਵਿੱਚ ਹੋਰ ਰੌਣਕ ਜਿਹੜੀ ਹੈ ਗੁਰੂ ਪਾਤਸ਼ਾਹ ਜੀ ਵਧਾਉਣੀ ਚਾਹੁੰਦੇ ਹਨ। ਆਵਨ ਲਗੇ ਸੈਂਕੜੇ ਲੋਕ। ਤੇ ਜਦੋਂ ਪਤਾ ਲੱਗਿਆ ਕਿ ਸਤਿਗੁਰੂ ਪਾਤਸ਼ਾਹ ਜੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਤਿਗੁਰੂ ਆਨੰਦਪੁਰ ਸਾਹਿਬ ਵਾਪਸ ਆ ਗਏ,
ਜਿਵੇਂ ਜਿਵੇਂ ਸਿੱਖ ਸੰਗਤਾਂ ਨੂੰ ਪਤਾ ਲੱਗਦਾ, ਸੈਂਕੜਿਆਂ ਦੇ ਗਿਣਤੀ ਦੇ ਵਿੱਚ ਚੱਲ ਕੇ ਸਿੱਖ ਸੰਗਤਾਂ ਪਹੁੰਚਣ ਲੱਗੀਆਂ। ਪ੍ਰਭ ਦੇ ਧਨ ਬਨਵਾਵੇ ਓਕ। ਤੇ ਗੁਰੂ ਪਾਤਸ਼ਾਹ ਜੀ ਆਪਣੇ ਕੋਲੋਂ ਧਨ ਦੇ ਕੇ, ਜਿਹੜੇ ਗਰੀਬ ਸਨ, ਜਿਨ੍ਹਾਂ ਕੋਲ ਧਨ ਨਹੀਂ ਸੀ ਆਪਣੇ ਘਰ ਬਣਾਉਣ ਵਾਸਤੇ, ਗੁਰੂ ਸਾਹਿਬ ਪਾਤਸ਼ਾਹ ਜੀ ਨੇ ਆਪਣੇ ਕੋਲੋਂ ਖਜ਼ਾਨੇ ਵਿੱਚੋਂ ਧਨ ਦਿੱਤਾ। ਧਨ ਦਿੱਤਾ ਕਿ ਜਾਓ ਆਪਣੇ ਸੋਹਣੇ ਸੁੰਦਰ ਘਰ ਬਣਾ ਕੇ ਵਸਣਾ ਕਰੋ। ਦੋ ਇੱਛਾ ਤਨ ਕੇ ਕਿਸ ਕੀ ਤੀਨ। ਹੁਣ ਕਿਸੇ ਨੇ ਧਨ ਲੈ ਕੇ 2 ਛੱਤਾਂ ਵਾਲਾ ਘਰ ਬਣਾਇਆ, ਕਿਸੇ ਨੇ 3 ਛੱਤਾਂ ਵਾਲਾ ਘਰ ਬਣਾਇਆ। ਜਥਾ ਸ਼ਕਤ ਦੇ ਮੁਤਾਬਕ, ਜਿਹੜਾ ਜਥਾ ਜੋਗ ਲੋੜ ਦੇ ਅਨੁਸਾਰ ਆਪਣੇ ਆਪਣੇ ਘਰ ਬਣਵਾਉਣ ਲੱਗੇ ਹਨ। ਸੁੰਦਰ ਸਦਨ ਸੁਹਾਵਨ ਕੀਨ। ਬੜੇ ਸੋਹਣੇ ਸੁੰਦਰ ਘਰ ਬਣਨ ਲੱਗੇ, ਬੜੀ ਰੌਣਕ ਵਧਣ ਲੱਗੀ। ਆਨੰਦਪੁਰ ਸਾਹਿਬ ਦੇ ਵਿੱਚ ਰੌਣਕਾਂ ਪਰਤਾਈਆਂ, ਬੜੇ ਬੜੇ ਸੋਹਣੇ ਸੁੰਦਰ ਘਰ ਬਣ ਕੇ ਤਿਆਰ ਹੋਣ ਲੱਗੇ। ਲਗੇ ਅਨਿਕ ਕਾਰੀਗਰ ਆਨ। ਵੱਡੇ ਗਿਣਤੀ ਦੇ ਵਿੱਚ ਕਾਰੀਗਰ ਜਿਹੜੇ ਸਨ, ਮਜ਼ਦੂਰ ਜਿਹੜੇ ਸਨ, ਉਹ ਵੀ ਪਹੁੰਚ ਗਏ। ਵੱਡੀ ਗਿਣਤੀ ਦੇ ਵਿੱਚ ਕਾਰੀਗਰ ਲੱਗੇ ਨੇ ਘਰ ਤਿਆਰ ਕਰਨ ਵਾਸਤੇ। ਰਚੇ ਹਵੇਲੀ ਪੋਰ ਮਹਾਨ। ਬੜੀਆਂ ਬੜੀਆਂ ਸੋਹਣੀਆਂ ਸੁੰਦਰ ਹਵੇਲੀਆਂ ਤਿਆਰ ਕੀਤੀਆਂ ਗਈਆਂ। ਬੜੇ ਸੋਹਣੇ ਸੁੰਦਰ ਘਰ ਜਿਹੜੇ ਨੇ ਉਹ ਤਿਆਰ ਕਰਵਾਏ ਗਏ। ਵਿਪਰ ਬਸੇ ਖਟ ਕਰਮੀ ਆਏ। ਤੇ ਬਹੁਤ ਸਾਰੇ ਜਿਹੜੇ ਪੰਡਤ ਸਨ, ਸ਼ਾਸਤਰਾਂ ਦੇ ਮੁਤਾਬਕ ਜਿਹੜੇ ਕਰਮ ਕਰਨ ਵਾਲੇ ਸਨ, ਉਹ ਜਿਹੜੇ ਵਿਪਰ ਸਨ, ਪੰਡਤ ਜਿਹੜੇ ਬ੍ਰਾਹਮਣ ਲੋਕ ਸਨ, ਉਹ ਵੀ ਚੱਲ ਕੇ ਆਨੰਦਪੁਰ ਸਾਹਿਬ ਵਿੱਚ ਵਸਣ ਵਾਸਤੇ ਆਏ। ਵਿਦਿਆ ਅਧਿਆਨ ਅਧਿਕ ਧਰਮ ਰਾਏ। ਬੜੇ ਬੜੇ ਵਿਦਿਆਵਾਨ ਲੋਕ, ਬੜੇ ਬੜੇ ਧਰਮ ਕਮਾਉਣ ਵਾਲੇ ਲੋਕ, ਜਿਹੜੇ ਧਰਮੀ ਕਹਿਲਾਉਂਦੇ ਸਨ, ਜਿਹੜੇ ਬੜੇ ਧਰਮ ਦੀ ਵਿਦਿਆ ਜਿਨ੍ਹਾਂ ਨੇ ਪੜ੍ਹੀ ਹੋਈ ਸੀ। ਸੀਲ ਸੰਤੋਖੀ ਦਇਆ ਸੁਭਾਉ। ਜਿਨ੍ਹਾਂ ਦੇ ਅੰਦਰ ਸੀਲ ਸੰਤੋਖ, ਜਿਨ੍ਹਾਂ ਦੇ ਅੰਦਰ ਦਇਆ, ਬੜੇ ਸਾਰੇ ਚੱਲ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਨੰਦਪੁਰ ਸਾਹਿਬ ਵਿੱਚ ਵਸਣ ਵਾਸਤੇ ਚੱਲ ਕੇ ਆਏ। ਗੁਰ ਕੇ ਨਗਰ ਬਸੇ ਸਮੁਦਾਉ। ਵੇਖਿਆ ਕਿ ਗੁਰੂ ਸਾਹਿਬ ਪਾਤਸ਼ਾਹ ਸਾਰਿਆਂ ਤੇ ਦਇਆ ਕਰਦੇ ਨੇ, ਜਿਨ੍ਹਾਂ ਦਾ ਬੜਾ ਸੀਲ ਸੁਭਾਅ ਹੈ, ਸਾਰਿਆਂ ਨੂੰ ਪਿਆਰ ਕਰਨ ਵਾਲੇ ਨੇ, ਜੀਵਾਂ ਤੇ ਦਇਆ ਕਰਨ, ਤਰਸ ਕਰਨ ਵਾਲੇ ਸਤਿਗੁਰੂ ਪਾਤਸ਼ਾਹ ਜੀ ਹਨ। ਹੁਣ ਸਤਿਗੁਰੂ ਪਾਤਸ਼ਾਹ ਜੀ ਇਸ ਨਗਰ, ਗੁਰੂ ਕੀ ਵਸਾਈ ਹੋਈ ਨਗਰੀ ਦੇ ਵਿੱਚ ਸਾਰੇ ਵਸਣ ਵਾਸਤੇ ਪਹੁੰਚੇ ਹਨ। ਖੱਤਰੀ ਕੇਤਕ ਆਨ ਰਹੇ ਹੈ। ਬੜੇ ਬੜੇ ਜਿਹੜੇ ਖੱਤਰੀ ਲੋਕ ਸਨ, ਵਪਾਰ ਕਰਨ ਵਾਲੇ, ਉਹ ਚੱਲ ਕੇ ਆਏ। ਜਿਨ ਗੁਰ ਸ਼ਰਦਾ ਭਾਉ ਲਏ ਹੈ। ਜਿਨ੍ਹਾਂ ਦੇ ਮਨਾਂ ਅੰਦਰ ਸਤਿਗੁਰੂ ਪਾਤਸ਼ਾਹ ਜੀ ਤਾਈ ਹਿਰਦਾ ਸ਼ਰਧਾ ਨਾਲ ਭਰਿਆ, ਨਿਰਮਲ ਭਾਉ, ਜਿਹੜਾ ਭਾਉ ਹੈ ਗੁਰੂ ਦੇ ਤਾਈ ਹਿਰਦਿਆਂ ਵਿੱਚ, ਜਿਨ੍ਹਾਂ ਦੇ ਪ੍ਰੇਮ ਹੈ। ਵੈਸ਼ ਬਨਜ ਕੇ ਕਰਤਾ ਆਏ। ਜਿਹੜੇ ਵਣਜ ਵੈਸ਼ ਜਿਹੜੇ ਸਨ, ਵਣਜ ਕਰਨ ਵਾਲੇ, ਉਹ ਵੀ ਚੱਲ ਕੇ ਆਏ ਹਨ। ਕਰੀ ਦੁਕਾਨ ਬਾਜ਼ਾਰ ਸੁਹਾਏ। ਉਹ ਬਾਣੀਏ ਲੋਕਾਂ ਨੇ ਆ ਕੇ ਜਿਹੜੇ ਬਾਜ਼ਾਰ ਦੇ ਵਿੱਚ ਆਪੋ ਆਪਣੀਆਂ ਦੁਕਾਨਾਂ ਜਿਹੜੀਆਂ ਨੇ ਉਹ ਖੋਲ ਲਈਆਂ। ਬੜੇ ਸੋਹਣੇ ਸੁੰਦਰ ਬਾਜ਼ਾਰ ਜਿਹੜੇ ਨੇ ਉਹ ਸਜਾਏ ਗਏ ਹਨ। ਹੋਣ ਲੱਗਿਓ ਵਿਵਹਾਰ ਵਡੇਰੇ। ਤੇ ਪਹਿਲਾਂ ਦੀ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਪਾਰ ਚੱਲਣ ਲੱਗਾ। ਬੜੇ ਬੜੇ ਦੂਰ ਤੋਂ ਚੱਲ ਕੇ ਵੱਡੇ ਵੱਡੇ ਵਪਾਰੀ ਇੱਥੇ ਆਏ। ਬਾਣੀਏ ਲੋਕ ਜਿਹੜੇ ਵਪਾਰ ਕਰਨ ਵਾਲੇ ਸਨ, ਵੱਡੀਆਂ ਹੱਟੀਆਂ ਦੁਕਾਨਾਂ ਉਹਨਾਂ ਨੇ ਖੋਲੀਆਂ। ਵੱਡਾ ਵਪਾਰ ਜਿਹੜਾ ਫਿਰ ਇੱਥੋਂ ਸ਼ੁਰੂ ਹੋਇਆ ਹੈ। ਦੇਸ਼ ਵਿਦੇਸ਼ਨ ਲਿਆਏ ਕਨੇਰੇ। ਜਿਹੜੇ ਦੇਸ਼ ਵਿਦੇਸ਼ਾਂ ਤੋਂ ਜਿਹੜਾ ਉੱਥੋਂ ਲੈ ਕਰਕੇ ਆਉਂਦੇ ਕੀਮਤੀ ਵਸਤੂਆਂ ਵਪਾਰ ਕਰਨ ਵਾਲੇ ਜਿਹੜੀਆਂ ਸਨ, ਉਹ ਦੇਸ਼ ਵਿਦੇਸ਼ਾਂ ਤੋਂ ਲੈ ਕਰਕੇ ਇੱਥੇ ਪਹੁੰਚਦੇ। ਦੇਸ਼ ਵਿਦੇਸ਼ ਦਾ ਆਨ ਪ੍ਰਦਾਨ ਹੋਣ ਲੱਗਾ, ਵਪਾਰ ਚੱਲਣ ਲੱਗਾ। ਮਿਹਨਤ ਅਧਿਕ ਨਗਰ ਮੈਂ ਪਾਏ। ਤੇ ਬੜੇ ਹੁਣ ਮਿਹਨਤਾਨਾ ਪ੍ਰਾਪਤ ਕਰਦੇ ਨੇ। ਆਨੰਦਪੁਰ ਸਾਹਿਬ ਰਹਿੰਦੇ ਆ ਭਾਰੀ ਜਿਹੜਾ ਧਨ ਉਹ ਪ੍ਰਾਪਤ ਹੋਣ ਲੱਗਾ। ਕ੍ਰਿਤ ਕੇ ਕਰਨ ਹਾਰ ਗਨ ਆਏ। ਤੇ ਜਿਹੜੇ ਕਿਰਤੀ ਲੋਕ ਸਨ, ਕਿਰਤ ਕਰਨ ਵਾਲੇ, ਉਹ ਵੀ ਵੱਡੇ ਗਿਣਤੀ ਦੇ ਵਿੱਚ ਚੱਲ ਕੇ ਆਨੰਦਪੁਰ ਸਾਹਿਬ ਆਏ ਹਨ। ਸਕਲ ਜਾਤ ਸ਼ੂਦਰ ਕੀ ਰਹੀ। ਤੇ ਜਿਹੜੇ ਮਿਹਨਤ ਕਰਨ ਵਾਲੇ, ਮਜ਼ਦੂਰੀ ਕਰਨ ਵਾਲੇ ਲੋਕ ਸਨ, ਮਿਹਨਤ ਮਜ਼ਦੂਰੀ ਕਰਦੇ ਸਨ, ਕਿਉਂਕਿ ਇੱਥੇ ਹੁਣ ਜਦੋਂ ਵਪਾਰ ਚੱਲਣ ਲੱਗਾ, ਘਰ ਬਣਨ ਲੱਗੇ, ਬਹੁਤ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਵੀ ਲੋੜ ਸੀ। ਜਿਹੜੇ ਵੱਡੇ ਵਪਾਰੀ ਸਨ, ਉਹਨਾਂ ਨੂੰ ਵੀ ਅੱਗੇ ਜਿਹੜੇ ਕੰਮਕਾਰ ਵਾਸਤੇ ਮਜ਼ਦੂਰ ਚਾਹੀਦੇ ਸਨ।
ਹੁਣ ਵੱਡੀ ਗਿਣਤੀ ਦੇ ਵਿੱਚ ਕਿਰਤ ਪ੍ਰਾਪਤ ਕਰਨ ਵਾਸਤੇ, ਰੋਜੀ ਰੋਟੀ ਵਾਸਤੇ ਵੱਡੀ ਗਿਣਤੀ ਚ ਮਜ਼ਦੂਰ ਵੀ ਜਿਹੜੇ ਕਿਰਤੀ ਲੋਕ ਨੇ ਚੱਲ ਕੇ ਪਹੁੰਚੇ ਹਨ। ਕਰੇ ਮਜੂਰੀ ਤਨ ਗਨ ਲਈ। ਤੇ ਹੁਣ ਜਦੋਂ ਮਜ਼ਦੂਰੀ ਕਰਦੇ ਨੇ ਵੱਡੀ ਗਿਣਤੀ ਵਿੱਚ ਧਨ ਪ੍ਰਾਪਤ ਹੁੰਦਾ ਹੈ। ਹੁਣ ਕਿਸੇ ਗੱਲ ਦਾ ਕੋਈ ਫਿਕਰ ਨਹੀਂ ਕਿ ਮਜ਼ਦੂਰੀ ਮਿਲੇਗੀ ਕਿ ਨਹੀਂ ਮਿਲੇਗੀ, ਹਰ ਇੱਕ ਨੂੰ ਮਜ਼ਦੂਰੀ ਮਿਲਦੀ ਹੈ। ਸਾਰੇ ਆਪਣੀ ਮਿਹਨਤ ਕਰਦੇ ਤੇ ਬੜੇ ਸੁੱਖ ਦੇ ਸਹਿਤ ਵਸਦੇ ਹਨ। ਗੁਨੀ ਪੁਰਖ ਆਚੀ ਕ੍ਰਿਤ ਕਰੀ। ਜਿਹੜੇ ਗੁਣੀ ਪੁਰਖ ਨੇ, ਗੁਣਵਾਨ ਨੇ, ਜਿਨ੍ਹਾਂ ਕੋਲ ਕੋਈ ਕਿਰਤ ਦਾ ਗੁਣ ਹੈ, ਉਹ ਆਕਰ ਕੇ ਇੱਥੇ ਆਪਣੇ ਕਿਰਤ ਕਰਕੇ ਸੁਖ ਦੇ ਸਹਿਤ ਰਹਿ ਰਹੇ ਹਨ। ਕਦਰ ਸ਼ਿਨਾਸ ਜਾਨ ਗੁਰ ਭਰੀ। ਇਸ ਪ੍ਰਕਾਰ ਦੇ ਨਾਲ ਜਿਹੜਾ ਹੈ, ਕਿਉਂਕਿ ਜਿਹੜੇ ਮਿਹਨਤੀ ਲੋਕ ਨੇ ਉਹਨਾਂ ਨੇ ਵੇਖਿਆ ਕਿ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਦੀ ਕਦਰ ਕਰਦੇ ਨੇ, ਕਦਰਦਾਨ ਨੇ। ਕਿਉਂਕਿ ਜਿੱਥੇ ਕਦਰ ਪਵੇ, ਕੋਈ ਕਿਸੇ ਦੀ ਮਿਹਨਤ ਦੀ ਕਦਰ ਪਾਵੇ ਤੇ ਮਿਹਨਤ ਵਾਲਾ ਉੱਥੇ ਭੱਜ ਕੇ ਪਹੁੰਚਦਾ। ਜਦੋਂ ਸ਼ਾਮ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਜ਼ਦੂਰ ਦੀ ਜੇਬ ਵਿੱਚ ਮਜ਼ਦੂਰੀ ਪੈ ਜਾਵੇ ਤੇ ਜੇ ਦੁਬਾਰਾ ਉੱਥੇ ਕਿਤੇ ਕੰਮ ਹੋਵੇ ਤੇ ਉਹ ਮਜ਼ਦੂਰ ਬੜੀ ਖੁਸ਼ੀ ਨਾਲ ਜਾਂਦਾ ਹੈ ਕਿ ਮੈਨੂੰ ਪੈਸੇ ਮੰਗਣ ਦੀ ਲੋੜ ਨਹੀਂ ਪੈਂਦੀ। ਜਿਸ ਕੋਲ ਮੈਂ ਜਾ ਕੇ ਮਜ਼ਦੂਰੀ ਕਰਦਾ ਉਹ ਪਹਿਲਾਂ ਹੀ ਮੈਨੂੰ ਦੇ ਦਿੰਦਾ, ਮੇਰੀ ਮਜ਼ਦੂਰੀ ਦੀ ਕਦਰ ਕਰਦਾ। ਤੇ ਗੁਰੂ ਸਾਹਿਬ ਤਾਂ ਕਦਰਦਾਨ ਨੇ, ਕਦਰ ਕਰਦੇ ਨੇ। ਤੇ ਵੇਖਿਆ ਕਿ ਗੁਰੂ ਪਾਤਸ਼ਾਹ ਜੀ ਕੋਲ ਜਾ ਕੇ ਸਾਡੀ ਕਦਰ ਪੈਂਦੀ ਹੈ, ਆਨੰਦਾਂ ਦੇ ਪੁਰੀ ਵਿੱਚ ਸਾਡੀ ਕਦਰ ਪੈਂਦੀ ਹੈ। ਕਦਰਦਾਨ ਸਤਿਗੁਰੂ ਪਾਤਸ਼ਾਹ ਜੀ ਨੂੰ ਜਾਣ ਕੇ ਇੱਥੇ ਚੱਲ ਕੇ ਮਿਹਨਤੀ ਲੋਕ ਪਹੁੰਚਦੇ ਹਨ। ਪੁਰ ਮੈਂ ਬਸੇ ਚਲੀ ਸਭ ਕਾਰ। ਨਗਰ ਦੇ ਵਿੱਚ ਬੜੇ ਸੁੱਖ ਦੇ ਨਾਲ ਸਾਰੇ ਵਸਣ ਲੱਗੇ। ਕਾਰ ਵਿਹਾਰ ਜਿਹੜਾ ਵਪਾਰ ਚੱਲਣ ਲੱਗਾ। ਕੋ ਕਰ ਲੈ ਪਹੁੰਚਤ ਦਰਬਾਰ। ਤੇ ਕਈ ਜਿਹੜੇ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਭੇਟਾਵਾਂ ਲੈ ਕੇ ਗੁਰੂ ਜੀ ਦੇ ਦੀਦਾਰ ਕਰਨ ਵਾਸਤੇ ਪਹੁੰਚਦੇ ਹਨ। ਧਨ ਇਨਾਮ ਕੋ ਪਾਵਨ ਕਰੈ। ਤੇ ਕਈ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਕਵੀ ਜਨ ਚੱਲ ਕੇ ਪਹੁੰਚਦੇ, ਆ ਕੇ ਬੜੇ ਬੜੇ ਸੋਹਣੇ ਕਵਿੱਤ ਰਚਦੇ। ਕਵਿੱਤ ਰਚ ਕੇ ਗੁਰੂ ਸਾਹਿਬ ਜੀ ਦੀ ਉਪਮਾ ਕਰਦੇ, ਉਸਤਤ ਕਰਦੇ ਤੇ ਬਹੁਤ ਧੰਨ ਗੁਰੂ ਸਾਹਿਬ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੇ ਕੋਲੋਂ ਪ੍ਰਾਪਤ ਕਰਦੇ ਹਨ। ਆਚੀ ਕਰਨ ਚਾਤੁਰੀ ਤਰੈ। ਤੇ ਅੱਛੇ ਤਰ੍ਹਾਂ ਦੇ ਨਾਲ, ਚੰਗੀ ਤਰ੍ਹਾਂ ਦੇ ਨਾਲ ਇੱਥੇ ਰਹਿ ਕੇ ਚਾਕਰੀ ਕਰਦੇ ਹਨ। ਕਾਰੀਗਰ ਸੋ ਪ੍ਰਭੂ ਉਚਾਰਾ। ਤੇ ਜਿਹੜੇ ਕਾਰੀਗਰ ਨੇ, ਕੁਝ ਕਾਰੀਗਰਾਂ ਨੂੰ ਗੁਰੂ ਪਾਤਸ਼ਾਹ ਜੀ ਨੇ ਆਪਣੇ ਕੋਲ ਬੁਲਾਇਆ। ਕਾਰੀਗਰਾਂ ਨੂੰ ਕੋਲ ਬੁਲਾ ਕੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਰੁਚਰ ਦੁਕਾਨ ਬਣਾਏ ਬਾਜ਼ਾਰਾਂ। ਕਹਿਣ ਲੱਗੇ ਜਿਹੜਾ ਬਾਜ਼ਾਰ ਹੈ, ਬਾਜ਼ਾਰ ਦੇ ਵਿੱਚ ਸੋਹਣੀਆਂ ਸੁੰਦਰ ਦੁਕਾਨਾਂ ਬਣਾਈਆਂ ਜਾਣ। ਸੋਹਣੇ ਸੁੰਦਰ ਬਾਜ਼ਾਰ ਜਿਹੜੇ ਨੇ ਉਹ ਤਿਆਰ ਕੀਤੇ ਜਾਣ। ਸੋਹਣੀਆਂ ਸੋਹਣੀਆਂ ਵਧੀਆ ਤਰੀਕੇ ਦੇ ਨਾਲ, ਢੰਗ ਦੇ ਨਾਲ ਜਿਹੜੀਆਂ ਦੁਕਾਨਾਂ ਨੇ ਉਹ ਤਿਆਰ ਕੀਤੀਆਂ ਜਾਣ। ਚਾਰੂ ਪਰਤੋਲੀ ਰਚੀਏ ਜਿਤ ਕਿਤ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਿਹੜੀ ਚੌੜੀ ਸੜਕ ਮੇਨ ਨਗਰ ਦੇ ਵਿੱਚ ਪ੍ਰਵੇਸ਼ ਕਰਦੀ ਹੈ, ਉਹ ਚੌੜੇ ਨਗਰ ਦੇ ਵਿੱਚ, ਉਸ ਚੁਰਾਹੇ ਦੇ ਵਿੱਚ, ਚੁਰਸਤੇ ਦੇ ਵਿੱਚ ਚਾਰੇ ਪਾਸੇ ਸੋਹਣੀਆਂ ਸੁੰਦਰ ਦੁਕਾਨਾਂ ਤਿਆਰ ਕਰਵਾਓ। ਬਸੈ ਸੁਖੀ ਨਰ ਗਨ ਤਰ ਹਿਤ ਚਿਤ। ਤੇ ਇੱਥੇ ਵਸਣ ਵਾਲੇ ਲੋਕ ਬੜੇ ਸੁਖ ਦੇ ਸਹਿਤ ਵਸਣ, ਕਿਸੇ ਪ੍ਰਕਾਰ ਦਾ ਕਿਸੇ ਨੂੰ ਦੁੱਖ ਨਾ ਹੋਵੇ। ਵਸਦਿਆਂ ਘਰਾਂ ਵਿੱਚ ਰਹਿੰਦੇ ਆ, ਵਪਾਰ ਕਰਦੇ ਆ, ਦੁਕਾਨਦਾਰੀ ਕਰਦੇ ਆ, ਕੰਮਕਾਰ ਕਰਦੇ ਆ, ਕਿਸੇ ਪ੍ਰਕਾਰ ਦਾ ਕਿਸੇ ਨੂੰ ਕੋਈ ਦੁੱਖ ਨਾ ਪਹੁੰਚੇ। ਇਸ ਪ੍ਰਕਾਰ ਦੇ ਨਾਲ ਸੋਹਣੇ ਸੁੰਦਰ ਬਾਜ਼ਾਰ ਤਿਆਰ ਕਰਵਾ ਕੇ ਇੱਥੇ ਜਿਹੜਾ ਮਿਹਨਤਾਨਾ ਸ਼ੁਰੂ ਕੀਤਾ ਜਾਵੇ। ਸੁਨ ਕੇ ਹੁਕਮ ਰਚਿਓ ਸਭ ਸੁੰਦਰ। ਜਦੋਂ ਗੁਰੂ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਕਾਰੀਗਰਾਂ ਨੂੰ, ਗੁਰੂ ਪਿਤਾ ਗੁਰੂ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਕਾਰੀਗਰਾਂ ਨੇ ਬੜੇ ਸੋਹਣੇ ਸੁੰਦਰ ਬਾਜ਼ਾਰ ਜਿਹੜੇ ਨੇ, ਜਿਸ ਤਰ੍ਹਾਂ ਪਾਤਸ਼ਾਹ ਜੀ ਨੇ ਕਿਹਾ ਉਸੇ ਤਰ੍ਹਾਂ ਉਹ ਚੌੜੇ ਬਾਜ਼ਾਰ, ਚੌੜੀ ਸੜਕ ਜਿਹੜੀ ਪ੍ਰਵੇਸ਼ ਕਰਦੀ ਹੈ ਨਗਰ ਚੁਰਸਤੇ ਦੇ ਵਿੱਚ, ਸੋਹਣੀਆਂ ਸੁੰਦਰ ਆਲੇ ਦੁਆਲੇ ਦੁਕਾਨਾਂ ਬਣਾਉਣੀਆਂ ਸ਼ੁਰੂ ਕੀਤੀਆਂ। ਕੈ ਕੈ ਰੁਚਰ ਪੋਰ ਕੇ ਮੰਦਰ। ਤੇ ਬੜੇ ਬੜੇ ਸੋਹਣੇ ਸੁੰਦਰ ਜਿਹੜੇ ਘਰ ਉਹ ਤਿਆਰ ਕੀਤੇ ਗਏ। ਸੁੰਦਰ ਗਰੀ ਕਰੀ ਇੱਕ ਸਾਰੀ। ਜਿੰਨੀਆਂ ਜਿਹੜੀਆਂ ਗਲੀਆਂ ਸਨ ਉਹ ਬੜੀਆਂ ਸੋਹਣੀਆਂ ਸੁੰਦਰ ਤਿਆਰ ਕੀਤੀਆਂ ਗਈਆਂ। ਬੜੀਆਂ ਸੋਹਣੀਆਂ ਸੁੰਦਰ ਗਲੀਆਂ ਜਿਹੜੀਆਂ ਨੇ ਉਹ ਬਣਾਈਆਂ ਗਈਆਂ। ਚੌ ਦਿਸ਼ ਮੈਂ ਉਪਬਨ ਲਗਵਾਏ। ਤੇ ਹੁਣ ਨਗਰ ਦੇ ਹੋਰ ਸੁੰਦਰਤਾ ਵਧਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਵਾਤਾਵਰਣ ਨੂੰ ਵੀ ਪਿਆਰ ਕਰਦੇ ਨੇ, ਪ੍ਰੇਮੀ ਨੇ ਗੁਰੂ ਪਾਤਸ਼ਾਹ। ਸੋਹਣੇ ਸੁੰਦਰ ਜਿਹੜੇ ਬਾਗ ਨੇ ਉਹ ਗੁਰੂ ਪਾਤਸ਼ਾਹ ਜੀ ਨੇ ਲਗਵਾਏ ਨੇ। ਨਗਰ ਦੀ ਹੋਰ ਸ਼ੋਭਾ ਵਧਾਉਣ ਵਾਸਤੇ ਸੋਹਣੇ ਸੁੰਦਰ ਬਾਗ ਜਿਹੜੇ ਉਹ ਤਿਆਰ ਕਰਵਾਉਣਾ ਸ਼ੁਰੂ ਕੀਤੇ। ਤਰਵਰ ਸਰਬ ਜਾਤ ਕੇ ਲਾਏ। ਤੇ ਉਹਦੇ ਵਿੱਚ ਬੜੀਆਂ ਜਾਤੀਆਂ ਦੇ ਜਿਹੜੇ ਰੁੱਖ ਲਾਏ ਗਏ।
ਜਿਹੜੇ ਬਾਗ ਤਿਆਰ, ਜ਼ਮੀਨ ਤਿਆਰ ਕੀਤੀ ਗਈ ਬਾਗ ਲਾਉਣ ਵਾਸਤੇ। ਅੱਜ ਵੀ ਆਪਾਂ ਜਦੋਂ ਆਨੰਦਪੁਰ ਸਾਹਿਬ ਪਹੁੰਚਦੇ ਹਾਂ ਤੇ ਵੇਖਦੇ ਹਾਂ ਕਿ ਚਾਰੇ ਪਾਸੇ ਕਿਵੇਂ ਬਾਗ ਨਜ਼ਰ ਆਉਂਦੇ ਨੇ। ਸਮੇਂ ਦੇ ਨਾਲ ਜਿਵੇਂ ਡਿਵੈਲਪਮੈਂਟ ਅੱਗੇ ਹੁੰਦੀ ਗਈ, ਵਸਦੇ ਗਏ ਲੋਕ, ਉਹ ਜਿਹੜੇ ਬਾਗ ਕੁਝ ਜਿਹੜੇ ਨੇ ਉਹ ਘਟਦੇ ਵੀ ਗਏ, ਪਰ ਅੱਜ ਵੀ ਉੱਥੇ ਵੇਖਦੇ ਹਾਂ ਬੜੀ ਹਰਿਆਵਲ ਹੈ, ਚਾਰੇ ਪਾਸੇ ਬਾਗ ਲੱਗੇ ਹੋਏ ਨੇ। ਗੁਰੂ ਸਾਹਿਬ ਪਾਤਸ਼ਾਹ ਜੀ ਨੇ ਧਰਤੀ ਤਿਆਰ ਕੀਤੀ। ਜਿਹੜੀ ਧਰਤੀ ਤਿਆਰ ਹੋਈ ਉਹਦੇ ਵਿੱਚ ਬਹੁਤ ਸਾਰੀਆਂ ਜਾਤੀਆਂ ਦੇ ਬੜੇ ਬੜੇ ਸੋਹਣੇ ਸੁੰਦਰ ਜਿਹੜੇ ਦਰਖਤ ਨੇ ਉਹ ਮੰਗਵਾ ਕੇ ਲਾਉਣਾ ਕੀਤੇ। ਨਾਨਾ ਬਰਨ ਲਗੀ ਫੁਲਵਾਰੀ, ਨਾਨਾ ਪ੍ਰਕਾਰ ਦੀਆਂ ਗੁਰੂ ਪਾਤਸ਼ਾਹ ਜੀ ਨੇ ਆਪ ਆਪਣੀ ਦੇਖ ਰੇਖ ਦੇ ਵਿੱਚ ਫੁਲਵਾਰੀਆਂ ਲਗਵਾਈਆਂ। ਬੜੀਆਂ ਬੜੀਆਂ ਸੋਹਣੇ ਸੁੰਦਰ ਫੁੱਲਾਂ ਵਾਲੀਆਂ ਜਿਹੜੀਆਂ ਨੇ ਉਹ ਲਾਈਨ ਦੇ ਵਿੱਚ ਬੜੀਆਂ ਸੋਹਣੀਆਂ ਸੁੰਦਰ ਕਿਆਰੀਆਂ ਤਿਆਰ ਕਰਵਾ ਕੇ ਫੁਲਵਾਰੀ ਬਣਵਾਈ ਹੈ। ਬਿਕਸਤ ਪ੍ਰਿਥਕ ਪ੍ਰਿਥਕ ਰਚਿਤ ਕਿਆਰੀ, ਤੇ ਬੜੇ ਪ੍ਰਿਥਕ ਪ੍ਰਿਥਕ ਲਾਈਨ ਦੇ ਵਿੱਚ ਬੜੀਆਂ ਸੋਹਣੀਆਂ ਸੁੰਦਰ ਤਰੀਕੇ ਦੇ ਨਾਲ ਉਹ ਜਿਹੜੀਆਂ ਕਿਆਰੀਆਂ ਤਿਆਰ ਕਰਵਾਈਆਂ ਗਈਆਂ। ਬੀਚ ਸਥੰਡਲ ਕਰੇ ਚੁਕੋਨ, ਤੇ ਵਿੱਚ ਜਿਹੜੇ ਨੇ ਚੌਕੋਨੇ ਜਿਹੜੇ ਨੇ ਖੰਭੇ ਉਹ ਇਹਨਾਂ ਦੇ ਵਿੱਚ ਲਗਵਾਏ ਗਏ। ਬੜੀ ਸੋਹਣੀ ਸੁੰਦਰਤਾ ਦੇ ਵਧਾਉਣ ਦੇ ਲਈ ਸਾਰੀ ਤਿਆਰੀ ਕਰਵਾ ਰਹੇ ਹਨ। ਨਿਕਟ ਨਿਕਟ ਤਰਵਰ ਵੱਡ ਜੋਨ, ਤੇ ਬੜੇ ਬੜੇ ਨਿਕਟ ਨੇੜੇ ਨੇੜੇ ਥੋੜੀ ਥੋੜੀ ਦੂਰੀ ਤੇ ਜਗ੍ਹਾ ਛੱਡ ਕੇ ਬੜੇ ਸੋਹਣੇ ਸੁੰਦਰ ਜਿਹੜੇ ਦਰਖਤ ਹਨ ਉਹ ਲਗਾਏ ਗਏ ਹਨ। ਆੜੂ ਦਾੜਮ ਕਦਲੀ ਖਰੇ, ਹੁਣ ਜਿਹੜੇ ਬਾਗ ਦੇ ਲਈ ਜ਼ਮੀਨ ਤਿਆਰ ਕੀਤੀ ਗਈ ਹੈ, ਜ਼ਮੀਨ ਦੇ ਵਿੱਚ ਆੜੂਆਂ ਦੇ ਬੂਟੇ, ਅਨਾਰਾਂ ਦੇ ਬੂਟੇ ਆਦਿ ਕੇਲਿਆਂ ਦੇ ਜਿਹੜੇ ਉਹ ਬੂਟੇ ਲਗਾਏ ਗਏ। ਆਦ ਅੰਗੂਰ ਲਤਾ ਲਗਵਾਈ, ਤੇ ਅੰਗੂਰਾਂ ਦੀਆਂ ਵੇਲਾਂ ਜਿਹੜੀਆਂ ਨੇ ਉਹ ਲਾਈਨ ਦੇ ਵਿੱਚ ਪੰਕਤੀਆਂ ਦੇ ਵਿੱਚ ਬੜੀਆਂ ਸੋਹਣੀਆਂ ਸੁੰਦਰ ਲਗਵਾਈਆਂ ਗਈਆਂ। ਬੋਲਤ ਗਨ ਬਿਹੰਗ ਬਹੁ ਜਾਤੀ, ਇਸ ਪ੍ਰਕਾਰ ਦੇ ਨਾਲ ਬਹੁ ਜਾਤੀ ਦੇ ਜਿਹੜੇ ਸੋਹਣੇ ਸੋਹਣੇ ਸੁੰਦਰ ਜਿਹੜੇ ਸ਼ਾਨਦਾਰ ਫਲਦਾਰ ਫੁੱਲਦਾਰ ਜਿਹੜੇ ਰੁੱਖ ਨੇ ਉਹ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਮੰਗਵਾ ਕੇ ਲਗਵਾਏ ਹਨ। ਬੋਲਤ ਗਨ ਬਿਹੰਗ ਬਹੁ ਜਾਤੀ, ਬੜੀ ਜਾਤੀ ਦੇ ਨਾਲ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਇਸ ਪ੍ਰਕਾਰ ਦੇ ਨਾਲ, ਕਿਉਂਕਿ ਇੱਥੇ ਬਹੁਤ ਪੰਛੀ, ਬਿਹੰਗ ਤੋਂ ਭਾਵ ਪੰਛੀ, ਜਦੋਂ ਦਰਖਤ ਲੱਗੇ, ਬਾਗ ਲੱਗ ਗਏ, ਸੋਹਣੇ ਸੁੰਦਰ ਬ੍ਰਿਸ਼ ਜਦੋਂ ਹੋਏ ਤੇ ਇਹਨਾਂ ਸੋਹਣੇ ਬ੍ਰਿਸ਼ਾਂ ਤੇ ਬੜੇ ਬੜੇ ਪੰਛੀ ਚੱਲ ਕੇ ਆਉਂਦੇ, ਚਹਿ ਚਹਾਉਂਦੇ ਹਨ। ਕੋਕਿਲ ਕੀਰ ਮੋਰ ਬਹੁ ਭਾਂਤੀ, ਕੋਇਲ ਆਦਿਕ, ਮੋਰ ਆਦਿਕ ਜਿਹੜੇ ਨੇ ਉਹ ਚੱਲ ਕੇ ਆਉਂਦੇ। ਹੁਣ ਮੋਰ ਬਾਗਾਂ ਵਿੱਚ ਪਹਿਲਾਂ ਪਾਉਂਦੇ ਨੇ, ਕੋਇਲ ਸਵੇਰੇ ਮੋਰ ਜੇ ਬਾਗ ਦੇ ਵਿੱਚ ਬੋਲਦੀ ਹੈ, ਬੜੀ ਮਿੱਠੀ ਮਧੁਰ ਆਵਾਜ਼ ਜਿਹੜੀ ਕੋਇਲ ਦੇ ਕੰਨਾਂ ਵਿੱਚ ਪੈਂਦੀ, ਬੜੀ ਸੋਹਣੀ ਲੱਗਦੀ ਹੈ। ਥੋਰੇ ਦਿਵਸਨ ਰਚਨਾ ਕਨੀ, ਸਤਿਗੁਰੂ ਪਾਤਸ਼ਾਹ ਜੀ ਨੇ ਥੋੜੇ ਸਮੇਂ ਵਿੱਚ ਹੀ ਬੜੀ ਸੋਹਣੇ ਸੁੰਦਰ ਜਿਹੜੀ ਰਚਨਾ ਕਰਵਾਈ ਆਨੰਦਪੁਰ ਸਾਹਿਬ ਦੀ। ਬੜੇ ਸੋਹਣੇ ਸੁੰਦਰ ਬਾਜ਼ਾਰ ਤਿਆਰ ਕਰਵਾਏ, ਸੋਹਣੇ ਸੁੰਦਰ ਹੋਰ ਜਿਹੜੇ ਲੋਕ ਚੱਲ ਕੇ ਆਏ ਉਹਨਾਂ ਦੇ ਵਸਣ ਵਾਸਤੇ ਘਰ ਤਿਆਰ ਕਰਵਾਏ। ਗੁਰੂ ਪਾਤਸ਼ਾਹ ਜੀ ਨੇ ਸੋਹਣੇ ਸੁੰਦਰ ਬਾਗ ਲਗਵਾਏ। ਇਸ ਪ੍ਰਕਾਰ ਦੇ ਨਾਲ ਥੋੜੇ ਸਮੇਂ ਦੇ ਵਿੱਚ ਸੁੰਦਰ ਰਚਨਾ ਕੀਤੀ ਹੈ। ਪ੍ਰਭੂ ਕਿਰਪਾ ਤੇ ਸੁੰਦਰ ਬਣੀ, ਤੇ ਪ੍ਰਭੂ ਦੀ ਕਿਰਪਾ ਦਾ ਸਦਕਾ, ਸਤਿਗੁਰੂ ਜੀ ਦੀ ਰਹਿਮਤ ਦਾ ਸਦਕਾ ਇਹ ਨਗਰੀ ਬੜੀ ਸੁੰਦਰ ਬਣੀ ਹੈ। ਆਲੇ ਦੁਆਲੇ ਬੜੀ ਸ਼ੋਭਾ ਵਧੀ ਹੈ। ਬੜਾ ਸੁੰਦਰ ਇਹ ਨਗਰ ਜਿਹੜਾ ਸਜਿਆ ਹੈ। ਪੁੰਜ ਕਵੀ ਗੁਰ ਟਿਗ ਪੁਨਿਆਏ, ਬੜੇ ਕਵੀ ਚੱਲ ਕੇ ਆਉਂਦੇ ਗੁਰੂ ਪਾਤਸ਼ਾਹ ਜੀ ਦੇ ਕੋਲ। ਕਰੇ ਕਬਿਤਨ ਅਧਿਕ ਰਜਾਏ, ਬੜੇ ਬੜੇ ਕਵਿਤ ਤਿਆਰ ਕਰਕੇ, ਕਿਉਂਕਿ ਕਦਰ ਕਰਦੇ ਸਨ ਪਾਤਸ਼ਾਹ ਜੀ, ਕਦਰਦਾਨ ਸਨ, ਇਸ ਕਰਕੇ ਕਵੀ ਜਨ ਚੱਲ ਕੇ ਆਉਂਦੇ। ਕਵੀ ਆ ਕੇ ਕਵਿਤ ਰਚਦੇ, ਕਵਿਤ ਰਚ ਕੇ ਸੋਹਣੇ ਸੋਹਣੇ ਉਪਮਾ ਦੇ ਸਾਹਿਤ ਕਵਿਤ ਤਿਆਰ ਕਰਕੇ ਗੁਰੂ ਸਾਹਿਬ ਜੀ ਨੂੰ ਸਰਵਣ ਕਰਵਾਉਂਦੇ। ਬਹੁਤ ਧੰਨ ਗੁਰੂ ਸਾਹਿਬ ਪਾਤਸ਼ਾਹ ਜੀ ਕੋਲੋਂ ਪ੍ਰਾਪਤ ਕਰਦੇ ਹਨ। ਮੋਜ ਦਰਬ ਕੀ ਪਾਏ ਬਡੇਰੀ, ਇਸ ਪ੍ਰਕਾਰ ਦੇ ਨਾਲ ਮੋਜ ਦਰਬ ਕੀ ਪਾਏ ਬਡੇਰੀ, ਬੜੀ ਮੌਜ ਬਣੀ ਹੈ, ਬੜਾ ਆਨੰਦ ਬਣਿਆ। ਵੱਡੇ ਗਿਣਤੀ ਦੇ ਵਿੱਚ ਗੁਰੂ ਸਾਹਿਬ ਕੋਲੋਂ ਧਨ ਪ੍ਰਾਪਤ ਹੁੰਦਾ ਹੈ। ਕੀਰਤ ਜੈ ਕੈ ਬਿਤਰ ਕਨੇਰੀ, ਜਿੱਥੇ ਕਿਥੇ ਗੁਰੂ ਕੀ ਮਹਾਨ ਕੀਰਤੀ ਫੈਲੀ ਹੈ, ਜਿੱਥੇ ਕਿਥੇ ਦੇ ਵਸਣ ਵਾਲੇ ਲੋਕ
ਸਤਿਗੁਰੂ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਜੀ ਦਾ ਸੁਜਸ ਕਰਦੇ ਹਨ। ਜੇ ਜੇ ਬਸੇ ਆਨੰਦਪੁਰ ਤੇ ਆਏ, ਜਿਹੜੇ ਜਿਹੜੇ ਵੀ ਆਨੰਦਪੁਰ ਸਾਹਿਬ ਨਗਰ ਦੇ ਵਿੱਚ ਆਣ ਕੇ ਵਸਦੇ ਹਨ, ਸਰਬ ਭਾਂਤ ਤੇ ਸੁਖ ਬੋ ਪਾਏ। ਸਰਬ ਭਾਂਤ ਦੇ ਸਹਿਤ ਸੁਖ ਪ੍ਰਾਪਤ ਕਰਦੇ ਨੇ। ਸੁਖ ਪਾਉਣ ਵੀ ਕਿਵੇਂ ਨਾ, ਕਿਉਂਕਿ ਸੁੱਖਾਂ ਦੇ ਦਾਤੇ, ਸੁੱਖਾਂ ਦੇ ਸਤਿਗੁਰੂ ਮਾਲਕ, ਦੀਨ ਦੁਨੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਉਹ ਨਗਰੀ ਵਸਾਈ ਹੋਈ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਵਸਾਇਆ ਹੋਇਆ ਨਗਰ ਹੈ। ਉਹ ਨਗਰੀ ਦੇ ਵਿੱਚ ਆ ਕੇ ਵੱਡਾ ਸੁਖ ਪ੍ਰਾਪਤ ਕਰਦੇ ਹਨ। ਪੁੰਜ ਖਾਲਸਾ ਉਤਰਿਓ ਰਹੇ, ਵੱਡੇ ਗਿਣਤੀ ਦੇ ਵਿੱਚ ਹਰ ਵੇਲੇ ਖਾਲਸਾ ਉਤਰਿਆ ਰਹਿੰਦਾ। ਆਨੰਦਪੁਰ ਸਾਹਿਬ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਏਵੇਂ ਗੁਰੂ ਸੋ ਰਸ ਕੋ ਲਹੇ, ਆ ਕੇ ਗੁਰੂ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਦਾਰ ਕਰਦੇ ਨੇ, ਸਿਮਰਦੇ ਨੇ ਤੇ ਗੁਰੂ ਕਾ ਪਾਤਸ਼ਾਹ ਜੀ ਦਾ ਸੁਜਸ ਕਰਦਿਆਂ ਵੱਡਾ ਰਸ ਮਾਣਦੇ ਹਨ। ਗੁਰਮਤਿ ਧਰ ਧਰ ਹੋਏ ਔਰ ਗਿਆਨੀ, ਗੁਰਮਤਿ ਦੇ ਧਾਰਨੀ ਹੋ ਕੇ, ਗੁਰੂ ਦੀ ਮਤ ਧਾਰਨ ਕਰਕੇ ਗਿਆਨ ਦੀ ਪ੍ਰਾਪਤੀ ਕਰਦੇ ਹਨ। ਆਖੇ ਰਹਿਤ ਪਠੇ ਗੁਰਬਾਨੀ, ਤੇ ਜੋ ਰਹਿਤ ਬਖਸ਼ੀ ਹੈ ਗੁਰੂ ਕੇ ਖਾਲਸੇ ਨੂੰ, ਗੁਰੂ ਪਾਤਸ਼ਾਹ ਜੀ ਨੇ ਉਹ ਰਹਿਤ ਰੱਖਦੇ ਨੇ, ਰਹਿਤ ਵਿੱਚ ਪ੍ਰਪੱਕ ਹੁੰਦੇ ਨੇ ਤੇ ਗੁਰਬਾਣੀ ਪੜ੍ਹਦੇ ਹਨ। ਹਰ ਵੇਲੇ ਗੁਰੂ ਕਾ ਖਾਲਸਾ ਗੁਰਬਾਣੀ ਪੜ੍ਹਦਾ ਹੈ। ਪਾਹੁਲ ਆਨ ਪੁੰਜ ਸਿੱਖ ਲੇਵੇਂ, ਤੇ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਉਹ ਆਨੰਦਪੁਰ ਸਾਹਿਬ ਪਹੁੰਚ ਕੇ ਗੁਰੂ ਚਰਨਾਂ ਦੇ ਵਿੱਚ ਪਹੁੰਚ ਕੇ ਗੁਰੂ ਕੇ ਬਖਸ਼ੀ ਹੋਏ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਦੇ ਹਨ, ਗੁਰੂ ਕੀ ਸਿੱਖੀ ਧਾਰਨ ਕਰਦੇ ਹਨ। ਲਗੇ ਦੀਵਾਨ ਬਿਰਾਜੇ ਬੀਚ, ਤੇ ਗੁਰੂ ਕਾ ਸੋਹਣਾ ਸੁੰਦਰ ਦੀਵਾਨ ਸਜਦਾ। ਸਤਿਗੁਰੂ ਪਾਤਸ਼ਾਹ ਦਸ਼ਮੇਸ਼ ਪਿਤਾ ਸਤਿਗੁਰੂ ਜੀ ਆਪਣੇ ਸੋਹਣੇ ਤਖਤਾਂ ਤੇ ਸੁਭਾਏਮਨ ਹੁੰਦੇ ਨੇ। ਆਲੇ ਦੁਆਲੇ ਸਿੱਖ ਸੰਗਤਾਂ ਬੈਠਦੀਆਂ ਨੇ। ਸਿੱਖ ਸੰਗਤਾਂ ਦੇ ਵਿਚਕਾਰ ਸਤਿਗੁਰੂ ਪਾਤਸ਼ਾਹ ਜੀ ਆਪਣੇ ਤਖਤਾਂ ਤੇ ਸ਼ੋਭਦੇ ਹਨ। ਦਰਸੈ ਆਨ ਊਚੀ ਅਰ ਨੀਚ, ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਕੋਈ ਮਨਾਹੀ ਨਹੀਂ। ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਨੂੰ ਕੋਈ ਰੋਕ ਨਹੀਂ, ਭਾਵੇਂ ਅਮੀਰ ਹੈ ਭਾਵੇਂ ਕੋਈ ਗਰੀਬ ਹੈ, ਕੋਈ ਵੀ ਚੱਲ ਕੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਦੇ ਦੀਦਾਰ ਕਰ ਸਕਦਾ ਹੈ। ਇਹ ਗੁਰੂ ਨਾਨਕ ਦਾ ਘਰ ਹੈ ਜਿੱਥੋਂ ਹਰ ਇੱਕ ਨੂੰ ਇੱਕੋ ਜਿਹਾ ਪਿਆਰ ਮਿਲਦਾ ਹੈ। ਕਿਸੇ ਨਾਲ ਕੋਈ ਵਖਰੇਵਾ ਨਹੀਂ, ਕਿਸੇ ਨਾਲ ਇਹ ਨਹੀਂ ਕਿ ਕੋਈ ਅਮੀਰ ਚੱਲ ਕੇ ਆ ਗਿਆ ਉਹਦੇ ਨਾਲ ਹੋਰ ਤਰ੍ਹਾਂ ਦਾ ਪਿਆਰ ਹੈ, ਕੋਈ ਗਰੀਬ ਚੱਲ ਕੇ ਆਇਆ ਤੇ ਉਹਦੇ ਨਾਲ ਹੋਰ ਤਰੀਕੇ ਦਾ ਨਹੀਂ। ਪਾਤਸ਼ਾਹ ਜੀ ਇੱਕੋ ਨਜ਼ਰ ਦੇ ਵਿੱਚ ਸਾਰਿਆਂ ਨੂੰ ਰੱਖਦੇ ਨੇ, ਸਾਰਿਆਂ ਦੇ ਨਾਲ ਇੱਕੋ ਜਿਹਾ ਪਿਆਰ ਕਰਦੇ ਹਨ। ਅਮੀਰ ਗਰੀਬ ਸਾਰੇ ਚੱਲ ਕੇ ਗੁਰੂ ਸਾਹਿਬ ਜੀ ਦੇ ਦੀਦਾਰ ਕਰਦੇ ਹਨ। ਅਰਪੈ ਅਨਿਕ ਅਕੋਰਨ ਲਿਆਏ, ਬੜੀਆਂ ਬੜੀਆਂ ਭੇਟਾਵਾਂ ਗੁਰੂ ਪਾਤਸ਼ਾਹ ਜੀ ਨੂੰ ਜਥਾ ਸ਼ਕਤ ਆਪਣੇ ਆਪਣੇ ਜਿਤਨੇ ਵੀ ਮਨ ਭਾਉਂਦੇ ਭਟਾਵਾਂ ਗੁਰੂ ਸਾਹਿਬ ਜੀ ਨੂੰ ਅਰਪਣ ਕਰਨ ਲਈ ਲੈ ਕੇ ਆਉਂਦੇ ਹਨ। ਯਾ ਹਥਿਆਰ ਦਰਬ ਸਮੁਦਾਏ, ਕੋਈ ਬੜੇ ਬੜੇ ਸੋਹਣੇ ਸੁੰਦਰ ਜਿਸ ਇਲਾਕੇ ਦੇ ਵਿੱਚ ਸ਼ਸਤਰ ਤਿਆਰ ਹੁੰਦੇ, ਜਿੱਥੋਂ ਦੇ ਸ਼ਸਤਰ ਮਸ਼ਹੂਰ ਹੁੰਦੇ, ਉਸ ਇਲਾਕੇ ਤੋਂ ਬੜੇ ਸੋਹਣੇ ਸ਼ਸਤਰ, ਬੜੇ ਸੋਹਣੇ ਸੁੰਦਰ ਘੋੜੇ ਆਦਿਕ ਇਸ ਪ੍ਰਕਾਰ ਦੇ ਨਾਲ ਕੋਈ ਬਹੁਤਾ ਧਨ ਲਿਆ ਕੇ ਗੁਰੂ ਸਾਹਿਬ ਜੀ ਨੂੰ ਅਰਪਣ ਕਰਦਾ ਹੈ। ਆਨ ਆਨੰਦਪੁਰ ਕਰ ਬਿਸਰਾਮੋ, ਤੇ ਆਨੰਦਪੁਰ ਸਾਹਿਬ ਆ ਕੇ ਗੁਰੂ ਸਾਹਿਬ ਜੀ ਨੂੰ ਭੇਟਾਵਾਂ ਅਰਪਣ ਕਰਦੇ, ਗੁਰੂ ਜੀ ਦੇ ਦੀਦਾਰ ਕਰਕੇ ਇੱਥੇ ਵਿਸ਼ਰਾਮ ਕਰਦੇ ਹਨ, ਕੁਝ ਸਮੇਂ ਲਈ ਰੁਕਦੇ ਹਨ। ਫਿਰ ਮਾਵੇਂ ਹੈ ਰਤੀ ਅਬਿਰਾਮੋ, ਤੇ ਬੜੇ ਪ੍ਰਸੰਨਤਾ ਇਥੋਂ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਗੁਰੂ ਕੀਆਂ ਸਿੱਖ ਸੰਗਤਾਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ। ਬੜੇ ਆਨੰਦ ਦੇ ਵਿੱਚ ਰਹਿ ਕੇ ਇੱਥੇ ਜਿਹੜੀਆਂ ਖੁਸ਼ੀਆਂ ਨੂੰ ਮਾਣਦੇ ਨੇ, ਗੁਰੂ ਸਾਹਿਬ ਪਾਤਸ਼ਾਹ ਜੀ ਦੀਆਂ ਅਸੀਸਾਂ ਕਿਰਪਾ ਦੇ ਪਾਤਰ ਬਣਦੇ ਨੇ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਕੁਝ ਸਮੇਂ ਬਾਅਦ ਜਦੋਂ ਵਾਪਸ ਆਨੰਦਪੁਰ ਸਾਹਿਬ ਆਏ, ਆਨੰਦਪੁਰ ਸਾਹਿਬ ਦੇ ਵਿੱਚ ਉਸੇ ਤਰ੍ਹਾਂ ਰੌਣਕਾਂ ਪਰਤਾਈਆਂ, ਚਾਰੇ ਪਾਸੇ ਰੌਣਕਾਂ ਲੱਗੀਆਂ, ਸੋਹਣਾ ਸੁੰਦਰ ਨਗਰ ਨੂੰ ਸਜਾਇਆ ਗਿਆ ਹੈ। ਦੂਰ ਦਰਾਜ ਤੋਂ ਚੱਲ ਕੇ ਸਿੱਖ ਸੰਗਤਾਂ ਆਨੰਦਪੁਰ ਸਾਹਿਬ ਪਹੁੰਚ ਕੇ ਸਤਿਗੁਰੂ ਜੀ ਦੇ ਦੀਦਾਰ ਕਰਦੀਆਂ ਹਨ। ਸੋ ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਜਸ ਵਰਣਨ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਭੁੱਲਾਂ ਨਾ ਚਿਤਾਰਨੀਆਂ ਆਸੀਸ ਬਖਸ਼ਣੀ। ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਏ ਅਚੁਤ ਹੈ ਪਾਰ ਬ੍ਰਹਮ ਅਗਨਾਸੀ ਅਗਨਾਸੇ ਏ ਪੂਰਨ ਹੈ ਸਰਬ ਮੈਂ ਸੁਖ ਪੰਜਨ ਗੁਣ ਤਾਸੇ ਏ ਸੰਗ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਏ ਗੋਬਿੰਦ ਹੈ ਗੁਣ ਨਿਧਾਨ ਕੀ ਸਦਾ ਬਵੇਤ ਏ ਅਪਰੰਪਰ ਹਰ ਹਰੇ ਐ ਪੀਓ ਵਣਿਆਰੇ ਏ ਸੰਤ ਹੈ ਕੈ ਸਦਾ ਸੰਗ ਧਾਰਾ ਆਧਾਰ ਏ ਠਾਕੁਰ ਹਉ ਦਸ ਰੋ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮਦਾਨ ਰਾਖੋਈ ਐ ਪਰੋਏ ਆਏ ਪ੍ਰਭ ਸ਼ਰਨਾਗਤੀ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।